ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੁੰਨ ਸਤਿਗੁਰੂ ਵਿਚਾਰਿਕੈ ਸੰਮਤ ਬ੍ਰਿਧ ਤੇ ਆਦ ਚਾਹਤ ਰਚਿਓ ਨਿਜ ਸਦਨ ਕੋ ਜਿਸ ਕੀ ਥਿਰ ਬੁਨਿਆਦ ਪੁੰਨ ਸਤਿਗੁਰੂ ਵਿਚਾਰਿਕੈ ਸੰਮਤ ਬ੍ਰਿਧ ਤੇ ਆਦ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਜਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ
ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਦਇਆ ਕੀਤੀ ਹੈ। ਆਪਾਂ ਸਾਰੇ ਹੀ ਗੁਰੂ ਜੀ ਦੀ ਹਾਜ਼ਰੀ ਵਿੱਚ ਜੁੜ ਕੇ ਬੈਠੇ ਹਾਂ। ਸਤਿਗੁਰੂ ਜੀ ਦੀ ਮਿਹਰ ਨਾਲ, ਕਿਰਪਾ ਦੇ ਨਾਲ ਜੀ। ਆਓ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਆਪ ਜੀ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਰਵਣ ਕਰ ਰਹੇ ਹੋ। ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਸੰਸਾਰ ਨੂੰ ਬਹੁਤ ਵੱਡੀ ਦੇਣ ਦੇ ਰਹੇ ਆ, ਬਹੁਤ ਵੱਡੀ ਕਿਰਪਾ ਕਰ ਰਹੇ ਆ, ਬਖਸ਼ਿਸ਼ ਕਰ ਰਹੇ ਆ, ਜੋ ਸੁਧਾ ਸਰੋਵਰ ਦਾ ਨਿਰਮਾਣ ਕਰਾ ਰਹੇ ਹਨ, ਅੰਮ੍ਰਿਤ ਸਰੋਵਰ ਦਾ ਨਿਰਮਾਣ ਕਰਾ ਰਹੇ ਹਨ। ਉਹ ਕਥਾ ਆਪ ਜੀ ਸਰਵਣ ਕਰ ਰਹੇ ਹੋ। ਅਕਾਲ ਪੁਰਖ ਪਰਮੇਸ਼ਰ ਜੀ ਖੁਦ ਸਰੀਰ ਧਾਰਨ ਕਰਕੇ ਆਏ ਹਨ ਔਰ ਆ ਕੇ ਮਜ਼ਦੂਰ ਬਣ ਕੇ ਇਸ ਸਰੋਵਰ ਦੇ ਆਰੰਭਤਾ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ ਹੈ ਜੀ। ਫਿਰ ਲੜੀਵਾਰ ਪ੍ਰਸੰਗ 'ਚ ਪਿਛਲੇ ਦਿਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਿਆਣ ਲਿਆ ਵੀ ਇਹ ਆਪ ਖੁਦ ਕਰਤਾ ਪੁਰਖ ਹਨ, ਅਕਾਲ ਪੁਰਖ ਹਨ। ਦੇਵੀ ਦੇਵਤਿਆਂ ਨੇ ਵੀ ਆ ਕੇ ਸੇਵਾ ਕੀਤੀ ਜੀ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵਾਹਿਗੁਰੂ ਕਰਤਾ ਪੁਰਖ ਜੀ ਨੇ ਆਪਣੇ ਗਲੇ ਨਾਲ ਲਾ ਕੇ ਪਿਆਰ ਕੀਤਾ ਜੀ ਔਰ ਆਖਿਆ ਤੁਸੀਂ ਬਹੁਤ ਵੱਡਾ ਉਪਕਾਰ ਦਾ ਕੰਮ ਕਰ ਰਹੇ ਹੋ। ਜਦੋਂ ਲੋਕ ਕਲਯੁਗ ਦੇ ਇਸ ਸਰੋਵਰ ਵਿੱਚ ਆ ਕੇ ਇਸ਼ਨਾਨ ਕਰਿਆ ਕਰਨਗੇ ਉਹਨਾਂ ਦਾ ਭਲਾ ਹੋਏਗਾ। ਸੋ ਸੰਗਤ ਜੀ ਆਪ ਜੀ ਨੇ ਕਥਾ ਸਰਵਣ ਕੀਤੀ ਹੈ ਸਾਰੀ। ਭਾਈ ਸੰਤੋਖ ਸਿੰਘ ਜੀ ਦੱਸਦੇ ਆ ਅਕਾਲ ਪੁਰਖ ਜੀ ਨੇ ਫਿਰ ਖੁਦ ਨਕਸ਼ਾ ਦੱਸਿਆ ਜੀ ਗੁਰੂ ਅਰਜਨ ਸਾਹਿਬ ਜੀ ਨੂੰ, ਸਰੋਵਰ ਦੇ ਵਿੱਚ ਹਰ ਮੰਦਰ ਕਿਸ ਤਰ੍ਹਾਂ ਦਾ ਬਣਾਉਣਾ ਹੈ ਜੀ। ਸਾਰਾ ਨਕਸ਼ਾ ਦੱਸਿਆ। ਇਹ ਵੀ ਦੱਸਿਆ ਇੱਥੇ ਹਰ ਸਮੇਂ ਹੀ ਕੀਰਤਨ ਹੋਇਆ ਕਰੇਗਾ, ਹਰ ਸਮੇਂ ਸ਼ਰਧਾ ਦੇ ਨਾਲ, ਪਿਆਰ ਨਾਲ ਜਿਹੜੇ ਇੱਥੇ ਕੀਰਤਨ ਕਰਨਗੇ। ਅਕਾਲ ਪੁਰਖ ਜੀ ਨੇ ਬਚਨ ਕੀਤਾ ਸਰੀਰ ਤਿਆਗਣ ਤੋਂ ਬਾਅਦ ਉਹ ਮੇਰੇ ਵਿੱਚ ਹੀ ਆ ਕੇ ਮੈਨੂੰ ਮਿਲਣਗੇ। ਸੋ ਸਾਧ ਸੰਗਤ ਜੀ ਉਹ ਸਾਰੀ ਕਥਾ ਆਪ ਜੀ ਸਰਵਣ ਕਰ ਚੁੱਕੇ ਹੋ। ਅਕਾਲ ਪੁਰਖ ਜੀ ਸਭ ਕੁਝ ਦੱਸ ਕੇ ਅੰਤਰ ਧਿਆਨ ਹੋ ਗਏ ਨੇ ਤੇ ਸਿੱਖ ਮਹਾਰਾਜ ਨੂੰ ਪੁੱਛਦੇ ਆ ਵੀ ਮਹਾਰਾਜ ਉਹ ਕੌਣ ਨੇ। ਗੁਰੂ ਅਰਜਨ ਸਾਹਿਬ ਸ਼ਾਂਤ ਰਹੇ ਆ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਪਤਾ ਲੱਗ ਜਾਏਗਾ। ਜਿਨ੍ਹਾਂ ਨੂੰ ਸਿਆਣ ਹੈ ਪਤਾ ਲੱਗ ਗਿਆ ਉਹਨਾਂ ਨੂੰ ਵੀ ਇਹ ਖੁਦ ਰੱਬ ਪਰਮਾਤਮਾ ਦੀ ਆਏ ਹੋਏ ਨੇ ਜੀ। ਗੱਜ ਕੇ ਆਖੋ ਵਾਹਿਗੁਰੂ। ਖੁਦ ਕਰਤਾ ਪੁਰਖ ਜੀ ਆਏ ਹੋਏ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਕਰਵਾ ਰਹੇ ਨੇ ਸਰੋਵਰ ਦੀ। ਹੁਣ ਕਥਾ ਅੱਜ ਵਾਲੀ ਬੜੇ ਪਿਆਰ ਨਾਲ ਸਰਵਣ ਕਰੋ। ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜੋ, ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੁਨ ਸਤਿਗੁਰੂ ਵਿਚਾਰਕੈ ਸੰਮਤ ਬ੍ਰਿਧ ਤੇ ਆਦ। ਮਹਾਰਾਜ ਗਰੀਬ ਨਵਾਜ ਥੜਾ ਸਾਹਿਬ ਤੇ ਬੈਠੇ, ਜਿਹਨੂੰ 8-6 ਤੀਰਥ ਕਹਿੰਦੇ ਆ ਜੀ। ਦੁੱਖ ਭੰਜਨੀ ਬੇਰ ਸਾਹਿਬ ਦੇ ਨਾਲ ਹੀ ਹੈ ਜੀ। ਗੁਰੂ ਸਾਹਿਬ ਜੀ ਨੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਹੋਰ ਸਿੱਖਾਂ ਦੇ ਨਾਲ ਸਲਾਹ ਕੀਤੀ ਜੀ।
ਹਾਂਜੀ। ਚਾਹਤ ਰਚਿਓ ਨਿਜ ਸਦਨ ਕੋ, ਜਿਨ ਕੀ ਥਿਰ ਬੁਨਿਆਦ। ਹੁਣ ਜਿਸ ਹਰਿਮੰਦਰ ਸਾਹਿਬ ਨੇ ਸਦਾ ਥਿਰ ਰਹਿਣਾ ਹੈ ਜੀ ਇਸ ਧਰਤੀ ਤੇ, ਸਾਧ ਸੰਗਤ ਜੀ ਮਹਾਰਾਜ ਉਹਦੀ ਨੀਂਹ ਰੱਖਣ ਦਾ ਵਿਚਾਰ ਬਣਾਉਂਦੇ ਆ ਜੀ। ਹਾਂਜੀ। ਚੌਪਈ ਸੁਨ ਕੈ ਸਿੱਖ ਆਦਿਕ ਗੁਰਦਾਸ। ਭਾਈ ਗੁਰਦਾਸ ਜੀ ਹੋਰ ਗੁਰੂ ਕੇ ਸਿੱਖ, ਭਗਤੂ ਬਹਿਲੋ ਧਰੇ ਹੁਲਾਸ। ਭਾਈ ਭਗਤੂ ਜੀ, ਭਾਈ ਬਹਿਲੋ ਜੀ ਸਾਰੇ ਹੀ ਬੜੇ ਜੀਵਨ ਵਾਲੇ ਸਿੱਖ ਨੇ। ਜਦੋਂ ਇਹਨਾਂ ਨੇ ਸੁਣਿਆ ਮਹਾਰਾਜ ਦੇ ਮੁਖੋਂ ਕਿ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਦੀ ਨੀਂਹ ਰੱਖਣੀ ਹੈ, ਸਾਰੇ ਬੜੇ ਖੁਸ਼ ਹੋਏ ਜੀ। ਹਾਂਜੀ। ਸਰ ਅੰਦਰ ਹਰਿਮੰਦਰ ਸੁੰਦਰ। ਕਿ ਸਰੋਵਰ ਦੇ ਵਿਚਕਾਰ, ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਬਣੇਗਾ ਜੀ। ਸੰਗਤ ਜੀ ਅੱਜ ਤੱਕ ਮਤਲਬ ਕਿ ਇਸ ਤਰ੍ਹਾਂ ਦੇ ਅਸਥਾਨ ਨਹੀਂ ਸੀ ਬਣੇ ਜੀ। ਇਹੋ ਜਿਹੇ ਅਸਥਾਨ ਮੰਦਰ ਸ਼ਿਵ ਦੁਆਲੇ ਬਹੁਤ ਸਨ ਕਿ ਸਾਈਡ ਤੇ ਸਰੋਵਰ ਇੱਕ ਪਾਸੇ ਤੇ ਇੱਕ ਪਾਸੇ ਮੰਦਰ ਜਾਂ ਗੁਰੂ ਘਰ ਜੀ। ਪਰ ਸਰੋਵਰ ਦੇ ਵਿਚਕਾਰ ਜਿਹੜੀ ਇਮਾਰਤ ਹੈ ਨਾ ਜੀ, ਇਹ ਪਹਿਲੀ ਹੈ ਸ੍ਰੀ ਹਰਿਮੰਦਰ ਸਾਹਿਬ ਜੀ। ਹਾਂਜੀ। ਬਹੁਤ ਸਾਰੇ ਲੋਕ ਬਾਹਰੋਂ ਇਸੇ ਗੱਲ ਨੂੰ ਹੀ ਬੜੇ ਚਾਅ ਨਾਲ ਵੇਖਣ ਆਉਂਦੇ ਵੀ ਸਰੋਵਰ ਦੇ ਵਿਚਕਾਰ ਬਣਿਆ ਜੀ। ਹਾਂਜੀ। ਚਲੋ ਆਪਾਂ ਅੰਮ੍ਰਿਤਸਰ ਵਾਲੇ ਆ ਨਾ ਜੀ, ਅੰਮ੍ਰਿਤਸਰ ਵਾਲਿਆਂ ਵਾਸਤੇ ਵੱਡੀ ਗੱਲ ਨਹੀਂ ਹੈਗੀ ਜੀ ਕਿ, ਪਰ ਬਹੁਤ ਸਾਰੇ ਲੋਕ ਉਚੇਚਾ ਇਸ ਗੱਲ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਆ ਵੀ ਮੰਦਰ ਹੈ, ਅਸਥਾਨ ਹੈ ਤੇ ਉਹ ਸਰੋਵਰ ਦੇ ਵਿਚਕਾਰ ਬਣਿਆ ਹੋਇਆ ਹੈ ਜੀ। ਉਹਦੇ ਤੋਂ ਬਾਅਦ ਕਈ ਬਣੇ ਆ ਜੀ, ਹੁਣ ਕਈ ਬਣੇ, ਪਰ ਸ਼ੁਰੂਆਤ ਇੱਥੋਂ ਹੋਈ ਜੀ। ਭਾਈ ਬਹਿਲੋ ਜੀ ਨੇ ਸੁਣਿਆ, ਭਾਈ ਗੁਰਦਾਸ ਜੀ ਨੇ ਸੁਣਿਆ, ਭਾਈ ਭਗਤੂ ਜੀ ਹੋਣਾ ਸੁਣਿਆ ਕਿ ਸਰੋਵਰ ਸਾਹਿਬ ਦੇ ਵਿੱਚ ਹਰਿਮੰਦਰ ਸਾਹਿਬ ਬਣਨਾ ਹੈ ਜੀ। ਹਾਂਜੀ। ਸਿਰਜਹਿ ਸਮਤਾ ਲਹਿ ਨ ਪੁਰੰਦਰ। ਤੇ ਫਿਰ ਸੋਚਣ ਲੱਗੇ ਵੀ ਇਹਦੀ ਬਰਾਬਰੀ ਤੇ ਦੇਵਤੇ ਵੀ ਨਹੀਂ ਫਿਰ ਕਰ ਸਕਦੇ ਜੀ। ਕਿਉਂ? ਅਕਾਲ ਪੁਰਖ ਜੀ ਖੁਦ ਦੱਸ ਕੇ ਗਏ ਨੇ। ਹਾਂਜੀ। ਸੁਨ ਸਿੱਖਨ ਉਤਸ਼ਾਹ ਬਡੇਰਾ। ਬਸ ਅਜੇ ਬਣਿਆ ਕੁਝ ਨਹੀਂ ਹੈ, ਸੁਣਿਆ ਹੀ ਹੈ ਸਿੱਖਾਂ ਨੇ, ਤੇ ਪਿਆਰ ਵਾਲੇ ਸਿੱਖਾਂ ਦੇ ਮਨ 'ਚ ਚਾਅ ਭਰ ਗਿਆ ਜੀ। ਹਾਂਜੀ। ਪੰਚਾਮ੍ਰਿਤ ਕਰਵਾਏ ਕਨੇਰਾ। ਤੇ ਸਾਧ ਸੰਗਤ ਜੀ ਨੀਂਹ ਵਾਲਾ ਦਿਨ ਆਇਆ ਜੀ। ਜਿਸ ਦਿਨ ਮਹਾਰਾਜ ਨੇ ਨੀਂਹ ਰੱਖਣੀ, ਅੱਜ ਵਾਲਾ ਦਿਨ, ਗੱਜ ਕੇ ਆਖੋ ਵਾਹਿਗੁਰੂ। ਬਹੁਤ ਵੱਡੀ ਮਾਤਰਾ ਦੇ ਵਿੱਚ ਕੜਾਹ ਪ੍ਰਸ਼ਾਦ ਤਿਆਰ ਕਰਾਇਆ ਜੀ, ਖੁੱਲੀ ਮਾਤਰਾ ਦੇ ਵਿੱਚ ਜੀ। ਹਾਂਜੀ। ਗਮਨੇ ਗੁਰੂ ਤਾਲ ਕੇ ਮਾਹੀ। ਤੇ ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਉਤਰ ਕੇ ਨਾ ਗੁਰੂ ਅਰਜਨ ਸਾਹਿਬ ਜੀ ਪੌੜੀਆਂ ਦੇ ਰਾਹੀਂ ਸਰੋਵਰ ਦੇ ਵਿਚਕਾਰ ਚਲੇ ਗਏ ਜੀ। ਅਜੇ ਉਦੋਂ ਜਲ ਨਹੀਂ ਸੀ ਭਰਿਆ ਜੀ। ਹਾਂਜੀ। ਸੰਗਤ ਬ੍ਰਿੰਦ ਸੰਗ ਮੈਂ ਜਾਹੀ। ਤੇ ਬੇਅੰਤ ਸੰਗਤ ਪਿਆਰ ਵਾਲੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਜਾ ਰਹੀ ਹੈ। ਵੇਖ ਲੋ, ਭਾਗਾਂ ਵਾਲੇ ਹੋਣਗੇ ਉਹ ਸਿੱਖ ਜਿਨ੍ਹਾਂ ਨੇ ਉਸ ਸਮੇਂ ਮੌਕੇ ਦੇ ਦਰਸ਼ਨ ਕੀਤੇ ਜੀ। ਹਾਂਜੀ। ਕਾਰੀਗਰਨ ਬੁਲਾਵਨ ਠਾਨਾ। ਬੜੇ ਕਾਰੀਗਰਾਂ ਨੂੰ ਮਹਾਰਾਜ ਨੇ ਬੁਲਾਇਆ ਜੀ। ਵੇਖੋ ਨਾ ਜੀ, ਉਹ ਮਿਸਤਰੀ ਵੀ ਤੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਨੀ ਹੈ ਜੀ। ਕਾਰੀਗਰ ਮਿਸਤਰੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੁਲਾਏ ਜੀ, ਸੱਦੇ ਜੀ ਸਾਰੇ। ਸ਼੍ਰੀ ਮੁਖ ਤੇ ਸਭ ਬਿਉਂਤ ਬਖਾਨਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਿਵੇਂ ਗੁਰੂ ਅਰਜਨ ਸਾਹਿਬ ਜੀ ਨੂੰ ਅਕਾਲ ਪੁਰਖ ਜੀ ਦੱਸ ਕੇ ਗਏ ਸਨ ਨਾ ਵੀ ਇਸ ਤਰ੍ਹਾਂ ਬਣਾਉਣਾ ਹੈ, ਇਸ ਤਰ੍ਹਾਂ ਬਣਾਉਣਾ ਹੈ, ਗੁਰੂ ਅਰਜਨ ਸਾਹਿਬ ਕਾਰੀਗਰਾਂ ਨੂੰ ਉਹ ਸਾਰੀ ਗੱਲ ਦੱਸ ਰਹੇ ਨੇ ਜੀ, ਕਾਰੀਗਰਾਂ ਨੂੰ ਜੀ। ਹਾਂਜੀ। ਹਰ ਮੰਦਰ ਇਸ ਰੀਤ ਬਨਾਵੋ। ਕਾਰੀਗਰ ਚੱਲ ਕੇ ਆ ਗਏ ਜੀ, ਬੜੀ ਭਾਵਨਾ ਨਾਲ ਕਾਰੀਗਰ ਮਹਾਰਾਜ ਦੀ ਹਜ਼ੂਰੀ 'ਚ ਖਲੋਤੇ ਜੀ, ਤੇ ਗੁਰੂ ਅਰਜਨ ਸਾਹਿਬ ਉਹਨਾਂ ਨੂੰ ਦੱਸ ਰਹੇ ਨੇ। ਕਹਿਣ ਲੱਗੇ ਭਾਈ ਹਰਿਮੰਦਰ ਇਸ ਰੀਤੀ ਨਾਲ ਬਣਾਉਣਾ ਹੈ। ਤੁਸੀਂ ਕਥਾ ਸੁਣੀ ਹੈ, ਗੋਲਡਨ ਟੈਂਪਲ ਤੇ ਦਰਬਾਰ ਸਾਹਿਬ
ਲੋਕ ਪ੍ਰੇਮ ਨਾਲ ਕਹਿੰਦੇ ਆ ਨਾਮ ਤੇ ਹਰਮੰਦਰ ਸਾਹਿਬ ਹੈ। ਔਰ ਸਿੱਖ ਜਗਤ ਬਹੁਤਾ ਸਤਿਕਾਰ ਕਰਦਾ ਹੈ, ਉਹ ਫਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕਹਿੰਦੇ ਆ। ਹਰਮੰਦਰ ਸਾਹਿਬ ਇੰਨੀ ਮਹਾਨ ਜਗ੍ਹਾ ਹੈ, ਕੇਵਲ ਸਿੱਖ ਪਿਆਰ ਨਾਲ ਇਹੋ ਹੀ ਕਹਿ ਲੈ ਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ, ਕਹਿਣ ਦੇ ਨਾਲ ਹੀ ਭਲਾ ਹੁੰਦਾ ਹੈ ਬੰਦੇ ਦਾ। ਔਰ ਹਰਮੰਦਰ ਸਾਹਿਬ ਦਾ ਨਾਮ ਗੁਰੂ ਅਰਜਨ ਸਾਹਿਬ ਨੇ ਵੀ ਨਹੀਂ ਰੱਖਿਆ, ਹਰਮੰਦਰ ਸਾਹਿਬ ਦਾ ਨਾਮ ਅਕਾਲ ਪੁਰਖ ਜੀ ਨੇ ਆਪ ਰੱਖਿਆ ਦੀ ਆ ਕੇ ਜੀ, ਵੀ ਮੰਦਰ ਬਣਾਓ ਉਹਦਾ ਨਾਮ ਹਰਮੰਦਰ ਰੱਖਣਾ ਹੈ। ਕਿਉਂ? ਮੈਨੂੰ ਮਾਫ ਕਰਿਓ, ਇੱਥੇ ਸ਼ਿਵ ਦੁਆਲੇ ਮੰਦਰ ਬਹੁਤ ਸਨ, ਇੱਥੇ ਵਿਸ਼ਨੂੰ ਜੀ ਦੇ ਮੰਦਰ ਬਹੁਤ ਸਨ, ਪਰ ਇਹਨਾਂ ਸਭਨਾਂ ਨੂੰ ਬਣਾਉਣ ਵਾਲੇ ਹਰੀ ਦਾ ਮੰਦਰ ਨਹੀਂ ਸੀ ਕੋਈ ਹੈਗਾ ਜੀ। ਹਰੀ ਦਾ ਮੰਦਰ ਨਹੀਂ ਸੀ। ਇੱਥੇ ਉਹ ਵੀ ਮੰਦਰ ਸਨ ਜਗਤ ਵਿੱਚ ਜਿੱਥੇ ਅੰਦਰ ਪੁਰਸ਼ ਤੇ ਜਾ ਸਕਦੇ ਆ, ਔਰਤਾਂ ਨਹੀਂ ਜਾ ਸਕਦੀਆਂ ਜੀ। ਇੱਥੇ ਉਹ ਵੀ ਮੰਦਰ ਨੇ ਜਗਤ ਵਿੱਚ ਜਿੱਥੇ ਉੱਚੀ ਜਾਤ ਦਾ ਬੰਦਾ ਜਾ ਸਕਦਾ, ਨੀਵੀਂ ਜਾਤ ਦਾ ਨਹੀਂ ਜਾ ਸਕਦਾ ਜੀ। ਇੱਥੇ ਉਹ ਵੀ ਨੇ ਮੰਦਰ ਸਾਧ ਸੰਗਤ ਜੀ ਜਿੱਥੇ ਹਿੰਦੂ ਜਾ ਸਕਦਾ, ਮੁਸਲਮਾਨ ਨਹੀਂ ਜਾ ਸਕਦਾ, ਸਿੱਖ ਨਹੀਂ ਜਾ ਸਕਦਾ ਜੀ। ਔਰ ਇੱਕ ਐਸਾ ਵੀ ਮੰਦਰ ਹੈ ਜਗਤ ਵਿੱਚ ਜਿੱਥੇ ਸੀਤਾ ਹੋਇਆ ਕੱਪੜਾ ਬੰਦਾ ਪਾ ਕੇ ਨਹੀਂ ਜਾ ਸਕਦਾ ਜੀ। ਸੀਤਾ ਹੋਇਆ ਕੱਪੜਾ ਜੀ, ਆ ਕੋਈ ਵੀ ਆ, ਆਪਾਂ ਕੱਪੜੇ ਸੀਨੇ ਆ, ਸੀਤਾ ਹੋਇਆ ਕੱਪੜਾ ਨਹੀਂ ਕੋਈ ਪਾ ਕੇ ਜਾ ਸਕਦਾ ਜੀ। ਤੇ ਉੱਥੋਂ ਦੇ ਪੰਡਤ ਜਿਹੜੇ ਆ ਉਹ ਕੰਡੀਸ਼ਨ ਲਾਈ ਹੈ, ਧੋਤੀ ਬੰਨ੍ਹਦੇ ਆ ਤੇ ਗਲ ਦੇ ਵਿੱਚ ਬੁੱਕਲ ਮਾਰਦੇ ਆ, ਕੱਪੜੇ ਦੀ ਸੀਤਾ ਕੱਪੜਾ ਨਹੀਂ ਪਾ ਕੇ ਕੋਈ ਜਾਂਦਾ। ਜੇ ਕੋਈ ਗਿਆ ਸੀ ਤੇ ਪੰਡਤ ਈਸ਼ਰ ਸਿੰਘ ਜੀ ਗਏ ਸਨ ਜੀ, ਉਹਨਾਂ ਨੂੰ ਇਹਨਾਂ ਉੱਥੋਂ ਦੇ ਪਾਂਡਿਆਂ ਨੇ ਕਲਯੁਗੀ ਨਾਮ ਦਿੱਤਾ ਸੀਗਾ। ਉਹ ਕਹਿੰਦੇ ਸੀ ਵਿਚਾਰ ਚਰਚਾ ਕਰੋ, ਉਹ ਕਹਿੰਦੇ ਦੱਸੋ। ਉਹ ਕਹਿਣ ਲੱਗੇ ਚਲੋ ਜੇ ਅੰਦਰ ਜਾਣਾ ਹੈ ਤੇ ਵਾਹਿਗੁਰੂ ਸ਼ਬਦ ਦੇ ਅਰਥ ਕਰੋ। ਇਹ ਕੋਈ ਇੰਨਾ ਵੱਡਾ ਤੇ ਮਹਾਨ ਸ਼ਬਦ ਨਹੀਂ ਹੈ ਵਾਹਿਗੁਰੂ। ਤੇ ਪੰਡਤ ਈਸ਼ਰ ਸਿੰਘ ਜੀ ਕਹਿਣ ਲੱਗੇ ਵੀ ਮੈਂ ਵਾਹਿਗੁਰੂ ਸ਼ਬਦ ਦੇ ਅਰਥ ਕਰਾਂਗਾ, ਤੁਹਾਡੀ ਤਸੱਲੀ ਕਰਾਵਾਂਗਾ, ਪਰ ਉਹਦੇ ਤੋਂ ਬਾਅਦ ਮੈਂ ਸੀਤੇ ਹੋਏ ਕੱਪੜੇ ਪਾ ਕੇ ਅੰਦਰ ਜਾਵਾਂਗਾ। ਗੱਜ ਕੇ ਆਖੋ ਵਾਹਿਗੁਰੂ। ਸੀਤੇ ਹੋਏ ਪਾ ਕੇ ਜਾਵਾਂਗਾ। ਉਹ ਕਹਿੰਦੇ ਠੀਕ। ਉਹਨਾਂ ਨੂੰ ਸੀ ਵੀ ਸਾਡੀ ਤਸੱਲੀ ਨਹੀਂ ਹੋ ਸਕਦੀ, ਪਰ ਬਹੁਤ ਸਾਰੇ ਭਾਂਡੇ ਇਕੱਠੇ ਹੋਏ, ਪੰਡਤ ਈਸ਼ਰ ਸਿੰਘ ਜੀ ਨੇ 500 ਅਰਥ ਵਾਹਿਗੁਰੂ ਸ਼ਬਦ ਦਾ ਕੀਤਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। 500 ਅਰਥ ਵਾਹਿਗੁਰੂ ਸ਼ਬਦ ਦਾ ਕੀਤਾ ਜੀ। ਫਿਰ ਉਹਨਾਂ ਨੂੰ ਸੀਤੇ ਹੋਏ ਕੱਪੜੇ ਪਾ ਕੇ ਅੰਦਰ ਜਾਣ ਦਾ ਉਹਨਾਂ ਨੇ ਕਿਹਾ ਵੀ ਤੂੰ ਜਾ ਸਕਦਾ ਹੈ ਭਾਈ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਵੀ ਇੱਥੇ ਦੇਵੀ ਦੇਵਤੇ ਜਾਂ ਇੱਕ ਪੁਰਸ਼ ਦੇ ਨਾਮ ਤੇ ਮੰਦਰ ਬਹੁਤ ਨੇ, ਪਰ ਹਰੀ ਦੇ ਨਾਮ ਤੇ ਮੰਦਰ ਨਹੀਂ ਸੀ। ਗੱਜ ਕੇ ਆਖੋ ਵਾਹਿਗੁਰੂ। ਇਸ ਕਰਕੇ ਅਕਾਲ ਪੁਰਖ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਕਿਹਾ ਮੰਦਰ ਬਣਾਉਣਾ ਤੇ ਨਾਮ ਹਰ ਮੰਦਰ ਰੱਖਣਾ। ਕਹਿਣ ਲੱਗੇ ਅਸਥਾਨ ਬਣਾਓ ਜਿੱਥੇ ਨਾ ਹਿੰਦੂ ਨੂੰ ਰੋਕ ਹੋਵੇ, ਨਾ ਮੁਸਲਮਾਨ ਨੂੰ, ਨਾ ਸਿੱਖ ਨੂੰ, ਕਿਸੇ ਜਾਤ ਨੂੰ ਨਾ ਹੋਵੇ ਰੋਕ, ਜਿੱਥੇ ਸਾਰਿਆਂ ਨੂੰ ਇਜਾਜ਼ਤ ਹੋਵੇ ਜੀ। ਸੋ ਮਹਾਰਾਜ ਗੁਰੂ ਅਰਜਨ ਸਾਹਿਬ ਕੋ ਮਿਸਤਰੀ ਆਏ ਆ, ਮਹਾਰਾਜ ਸਰੋਵਰ ਦੇ ਵਿੱਚ ਘਰ ਥੱਲੇ ਖਲੋਤੇ ਆ ਤੇ ਗੁਰੂ ਅਰਜਨ ਸਾਹਿਬ ਦੱਸ ਰਹੇ ਨੇ ਭਾਈ ਇਸ ਤਰੀਕੇ ਨਾਲ ਹਰਮੰਦਰ ਬਣਾਉਣਾ ਹੈ। ਹਾਂਜੀ, 4 ਦੁਆਰ ਚਹੁੰ ਦਿਸ਼ਲ ਰਖਾਵੋ। 4 ਦਰਵਾਜ਼ੇ ਬਣਾਉਣੇ ਆ ਤੇ ਚਾਰੇ ਪਾਸੇ ਬਣਾਉਣੇ ਆ ਜੀ। ਹਾਂਜੀ, ਨਗਰ ਦਿਸ਼ਾ ਸਰ ਸੇਤ ਰਚੀਜੈ। ਨਗਰ ਵਾਲੇ ਪਾਸੇ ਸਰੋਵਰ ਤੇ ਪੁੱਲ ਬਣਾਉਣਾ ਹੈ। ਭਾਵ ਮੁੱਖ ਜਿਹੜਾ ਹੈ ਹਰਮੰਦਰ ਸਾਹਿਬ ਦਾ ਮੁੱਖ ਦਰਵਾਜ਼ਾ ਉਹ ਨਗਰ ਵੱਲ ਹੋਣਾ ਚਾਹੀਦਾ ਹੈ। ਹਾਂਜੀ, ਦੁਆਰ ਦਰਸ਼ਨੀ ਸਰ ਤਟ ਕੀਜੈ। ਤੇ ਸਰੋਵਰ ਦੇ ਕੰਢੇ ਤੇ
ਜਿੱਥੋਂ ਪੁੱਲ ਦੀ ਸ਼ੁਰੂਆਤ ਹੋਵੇ, ਗੁਰੂ ਅਰਜਨ ਸਾਹਿਬ ਕਹਿਣ ਲੱਗੇ ਉੱਥੇ ਦਰਸ਼ਨੀ ਦਿਉੜੀ ਬਣਾਉਣੀ ਹੈ ਤੁਸੀਂ। ਗੱਜ ਕੇ ਆਖੋ ਵਾਹਿਗੁਰੂ। ਬਣੀ ਹੋਈ ਹੈ ਜੀ। ਹਾਂਜੀ। ਹਰਮੰਦਰ ਕੀ ਕੁਰਸੀ ਸਾਰਹੁ। ਹਰਮੰਦਰ ਸਾਹਿਬ ਦੀ ਜਿਹੜੀ ਕੁਰਸੀ ਹੈ, ਭਾਵ ਅੰਦਰ ਜਿਹੜਾ ਮੇਨ ਅਸਥਾਨ ਹੈ, ਉਸ ਅਸਥਾਨ ਨੂੰ ਤਾਲ ਨੀਰ ਤੇ ਉਰਦ ਉਠਾਰੋ। ਉਹਦੀ ਜਿਹੜੀ ਕੁਰਸੀ ਹੈ ਹਰਮੰਦਰ ਸਾਹਿਬ ਦੀ, ਉਹ ਸਰੋਵਰ ਤੋਂ ਉੱਚੀ ਰੱਖਣੀ ਹੈ। ਜਿਹੜਾ ਤੁਸੀਂ ਲੈਵਲ ਬਣਾਉਣਾ ਉਹਦੇ ਤੋਂ ਵੀ ਉੱਚੀ ਰੱਖਣੀ ਹੈ। ਇਸ ਕਰਕੇ ਜਦੋਂ ਪੁੱਲ ਤੋਂ ਜਾਂਦੇ ਆ ਹਰਮੰਦਰ ਸਾਹਿਬ ਸੱਚਖੰਡ ਅੰਦਰ ਜਦੋਂ ਪੈਰ ਰੱਖਦੇ ਆ, ਉੱਚੀ ਥਾਂ ਹੋਇਆ ਥੋੜੀ ਜਿਹੀ। ਹਾਂਜੀ। ਸਵਰਗਦਾਰੀਆਂ ਤਰੇ ਬਣਾਵੋ। ਗੱਜ ਕੇ ਆਖੋ ਵਾਹਿਗੁਰੂ। ਮੈਂ ਕੱਲ ਕਿਸੇ ਗੁਰਮੁਖ ਨੂੰ ਦੱਸ ਰਿਹਾ ਸਾਂ, ਉਹ ਕਹਿਣ ਲੱਗਾ ਇਹ ਸ਼ਬਦ ਨਹੀਂ ਕੋਈ ਵਰਤਦਾ। ਕਿਹੜਾ? ਪੁੱਲ ਤੇ ਜਾਣਾ ਹਰਮੰਦਰ ਸਾਹਿਬ, ਥੱਲੇ ਪਿੱਲਰ ਚਾਹੀਦੇ ਆ ਜੀ, ਪਿੱਲਰ ਚਾਹੀਦੇ। ਜਿਨ੍ਹਾਂ ਸੇਵਾ ਵੇਖੀ ਉਹਨਾਂ ਨੂੰ ਪਤਾ ਹੈ, ਬਹੁਤ ਸੋਹਣੀਆਂ ਡਾਟਾਂ ਬਣਾਈਆਂ ਹੋਈਆਂ ਨੇ ਜੀ। ਮਹਾਰਾਜ ਕਹਿੰਦੇ ਇਹ ਸਵਰਗ ਦੁਆਰੀਆਂ ਨੇ। ਗੱਜ ਕੇ ਆਖੋ ਵਾਹਿਗੁਰੂ। ਸੱਚਖੰਡ ਤੱਕ ਪਹੁੰਚਣਾ ਹੋਵੇ ਨਾ ਬੰਦੇ ਨੇ, ਤੇ ਪਹਿਲਾਂ ਸਵਰਗ ਨੂੰ ਲੰਘਣਾ ਪੈਂਦਾ ਹੈ। ਉਹ ਦੁਆਰੀਆਂ ਸਾਰੀਆਂ ਲੰਘਣੀਆਂ ਪੈਂਦੀਆਂ, ਫਿਰ ਸੱਚਖੰਡ ਆਉਂਦਾ ਹੈ। ਉਹ ਥੱਲੇ ਜਿਹੜੇ ਪਿੱਲਰ ਨੇ, ਜਿਨ੍ਹਾਂ ਨੂੰ ਮਹਿਰਾਬੇ ਕਹਿ ਦਿੰਦੇ ਆ ਸਾਧ ਸੰਗਤ ਜੀ, ਉਹਨਾਂ ਨੂੰ ਗੁਰੂ ਅਰਜਨ ਸਾਹਿਬ ਸਵਰਗ ਦੁਆਰੀਆਂ ਕਹਿ ਰਹੇ ਨੇ। ਮਹਾਰਾਜ ਕਹਿੰਦੇ ਥੱਲੇ ਸਵਰਗ ਦੁਆਰੀਆਂ ਬਣਾਓ। ਹਾਂਜੀ। ਪੂਰਬ ਦਿਸ਼ ਹਰ ਪੌੜ ਚਿਨਾਵੋ। ਤੇ ਪਿਛਲੇ ਪਾਸੇ ਪੁੱਲ ਨਹੀਂ ਬਣਾਉਣਾ। ਇੱਕ ਤੇ ਸਾਹਮਣੇ ਉਹ ਪੁੱਲ ਹੋ ਗਿਆ ਨਾ, ਪਿਛਲੇ ਪਾਸੇ ਗੁਰੂ ਅਰਜਨ ਸਾਹਿਬ ਕਹਿੰਦੇ ਪੁੱਲ ਨਹੀਂ ਬਣਾਉਣਾ, ਪਿਛਲੇ ਪਾਸੇ ਪੌੜ ਬਣਾਉਣੇ ਨੇ ਥੱਲੇ ਉਤਰਨ ਨੂੰ। ਔਰ ਉਸ ਪੌੜ ਦਾ ਨਾਮ ਹਰ ਕਾ ਪੌੜ ਰੱਖਣਾ ਹੈ, ਜਿਹਨੂੰ ਹਰ ਕੀ ਪੌੜੀ ਵੀ ਕਹਿੰਦੇ ਆ। ਗੱਜ ਕੇ ਆਖੋ ਵਾਹਿਗੁਰੂ। ਥੱਲੇ ਪੌੜੀਆਂ ਨੇ ਜੀ ਸਰੋਵਰ ਚ ਜਾਣ ਨੂੰ ਜੀ। ਉੱਥੇ ਹੁਣ ਫੱਟੇ ਲੱਗੇ ਹੋਏ ਨੇ, ਸੰਗਤਾਂ ਦਰਸ਼ਨ ਕਰਦੀਆਂ ਨੇ ਜੀ। ਉਹ ਮਹਾਰਾਜ ਕਹਿ ਰਹੇ, ਕਹਿੰਦੇ ਉਸ ਬੰਨੇ ਪੌੜੀਆਂ ਬਣਾਉਣੀਆਂ ਨੇ। ਹਾਂਜੀ। ਚਾਹੋਂ ਦਿਸ਼ ਕੀ ਪਰਿਕਰਮਾ ਕਰੀਐ। ਚਾਰੇ ਪਾਸੇ ਦੀ ਪਰਿਕਰਮਾ ਜਿਹੜੀ ਹੈ। ਹਾਂਜੀ। ਗਾੜੀ ਨੀਵ ਤਰੇ ਤੇ ਧਰੀਐ ਹੈ। ਕਹਿਣ ਲੱਗੇ ਦੀ ਰਚਨਾ ਕਰੋ ਤੇ ਥੱਲੇ ਪੱਕੀ ਨਹੀਂ ਹੋਣੀ ਚਾਹੀਦੀ ਹੈ। ਕਹਿਣ ਲੱਗੇ ਗਾੜੀ ਨੀਵ। ਗੱਜ ਕੇ ਆਖੋ ਵਾਹਿਗੁਰੂ। ਕਿਉਂ? ਜੁਗਾਂ ਜੁਗਾਂ ਤੱਕ ਰਹਿਣਾ ਜੀ ਜੀ। ਤੇ ਸਤਿਗੁਰੂ ਨੇ ਕੱਚਾ ਥੋੜੀ ਕੰਮ ਕਰਾਉਣਾ। ਤੁਸੀਂ ਸੁਣਿਆ ਮਸੰਦਾਂ ਜਦੋਂ ਪੌੜੀਆਂ ਬਣਾਉਣ ਚ ਹੇਰਾ ਫੇਰੀ ਕੀਤੀ, ਕਿੰਨੀ ਤਾੜ ਨਾ ਕੀਤੀ ਗੁਰੂ ਅਰਜਨ ਸਾਹਿਬ ਜੀ ਨੇ ਜੀ। ਹਾਂਜੀ। ਦਰ ਮੰਦਰ ਕੇ ਚਾਰੋਂ ਜੋਏ। ਦੋਏ ਦੋਏ ਸ਼ਾਤ ਚੌਗਿਰਦੇ ਹੋਏ। ਗੱਜ ਕੇ ਆਖੋ। ਮਹਾਰਾਜ ਕਹਿਣ ਲੱਗੇ ਵਿੱਚ ਨਹੀਂ ਲੈਂਟਰ ਹੋਣਾ ਚਾਹੀਦਾ, ਬਾਰਾਂਦਰੀ ਹੋਣੀ ਚਾਹੀਦੀ ਹੈ। ਛੱਤਾਂ ਦੋ ਹੋਣ, ਪਰ ਚਾਰੇ ਦਰਵਾਜ਼ਿਆਂ ਦੇ ਉੱਪਰ ਪਾਸੇ ਹੋਣ, ਵਿਚਕਾਰ ਨਾ ਹੋਣ। ਮੈਂ ਉਦੋਂ ਵੀ ਬੇਨਤੀ ਕੀਤੀ ਸੀ, ਹਰਮੰਦਰ ਸਾਹਿਬ ਨੂੰ ਲੈਂਟਰ ਇੱਕ ਹੀ ਹੈ ਜੀ ਮੇਨ, ਤੇ ਵਿੱਚ ਬਾਰਾਂਦਰੀ ਹੈ। ਮਹਾਰਾਜ ਉਸ ਬਾਰਾਂਦਰੀ ਬਾਰੇ ਦੱਸ ਰਹੇ ਵੀ 4 ਦਰਵਾਜ਼ਿਆਂ ਦੇ ਆਲੇ ਦੁਆਲੇ ਬਾਰਾਂਦਰੀ ਰੱਖਣੀ ਹੈ। ਹਾਂਜੀ। ਮੱਧ ਜਾਏ ਉੱਚੀ ਇੱਕ ਛਾਤ। ਵਿਚਕਾਰ ਉੱਚੀ ਛੱਤ ਪਾਉਣੀ ਹੈ। ਗੁਰੂ ਅਰਜਨ ਸਾਹਿਬ ਦੱਸ ਰਹੇ ਜੀ। ਮਿਸਤਰੀ ਕਾਰੀਗਰ ਸਾਰੀ ਗੱਲ ਸੁਣ ਰਹੇ ਨੇ ਧਿਆਨ ਨਾਲ। ਆਮ ਅਸਥਾਨ ਨਹੀਂ ਇਹ ਬਣਨ ਦਿਆ ਪਿਆਰਿਓ। ਇਹ ਉਹ ਅਸਥਾਨ ਬਣ ਰਿਹਾ ਜਿੱਥੇ ਸਾਰੇ ਜਗਤ ਨੇ ਆ ਕੇ ਝੁਕਣਾ ਹੈ ਜੀ। ਹਾਂਜੀ। ਉਪਰ ਮਿਲ ਸਮ ਹੋਏ ਸਭ ਭਾਂਤ। ਫਿਰ ਪੜਿਓ। ਉਪਰ ਮਿਲ ਸਮ ਹੋਏ ਸਭ ਭਾਂਤ। ਮਹਾਰਾਜ ਕਹਿਣ ਲੱਗੇ ਥੱਲੇ ਜਿਹੜੀ ਪਹਿਲੀ ਛੱਤ ਦਰਵਾਜ਼ਿਆਂ ਦੇ ਉੱਤੇ ਉੱਤੇ ਪਾਉਣੀ ਹੈ, ਉੱਪਰ ਵਾਲੀ ਛੱਤ ਇੱਕ ਰਾਸੀ ਪਾਉਣੀ ਹੈ, ਬਰਾਬਰ ਹੀ ਪਾਉਣੀ ਹੈ। ਹਾਂਜੀ। ਤਿਸ ਪਰ ਰੁਚਿਰ ਬੰਗਲਾ ਥੱਪ ਹੈ। ਉਹਦੇ ਉੱਤੇ ਫਿਰ ਵੱਡਾ ਗੁੰਬਦ ਬਣਾਉਣਾ। ਗੁਰੂ ਅਰਜਨ ਸਾਹਿਬ ਦੱਸ ਰਹੇ ਨੇ। ਇਹ ਸਾਰੀਆਂ ਗੱਲਾਂ ਕੌਣ ਦੱਸ ਕੇ ਗਿਆ ਜੀ? ਅਕਾਲ ਪੁਰਖ ਜੀ ਦੱਸ ਕੇ ਗਏ ਨੇ ਜੀ। ਤੁਸੀਂ ਕਥਾ ਸੁਣੀ ਪਰਸੋਂ ਜੀ। ਹਾਂਜੀ। ਕੰਚਨ ਤੇ ਚਹੁ ਦਿਸ਼ ਮੈਂ ਦੀਪ ਹੈ। ਤੇ ਮਹਾਰਾਜ ਕਹਿਣ ਲੱਗੇ ਸਮੇਂ ਨਾਲ ਨਾ
ਉਸ ਗੁੰਬਦ ਦੇ ਉੱਤੇ ਸੋਨਾ ਚੜ ਜਾਣਾ ਹੈ। ਗੱਜ ਕੇ ਆਖੋ ਵਾਹਿਗੁਰੂ। ਸਾਧ ਸੰਗਤ ਜੀ, ਉਸ ਸਮੇਂ ਇਹ ਪਿਰਤ ਨਹੀਂ ਸੀ ਹੈਗੀ, ਉਸ ਸਮੇਂ ਇਹ ਪਿਰਤ ਨਹੀਂ ਸੀ ਹੈਗੀ ਵੀ ਗੁੰਬਦਾਂ ਦੇ ਉੱਤੇ ਸੋਨੇ ਲੱਗੇ ਹੋਣ। ਇਹ ਗੁਰੂ ਅਰਜਨ ਸਾਹਿਬ ਨੇ ਪਹਿਲਾਂ ਹੀ ਬਚਨ ਕਰ ਦਿੱਤਾ। ਬਾਅਦ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਲੋਂ ਸੇਵਾ ਲਈ ਸਤਿਗੁਰੂ ਜੀ ਨੇ, ਉਹਨੇ ਸੋਨਾ ਲਵਾਇਆ ਜੀ। ਤਾਂ ਹੁਣ ਜੇ ਕੁਝ ਸਾਲ ਪਹਿਲਾਂ ਭਾਈ ਮਹਿੰਦਰ ਸਿੰਘ ਜੀ ਯੂਕੇ ਵਾਲੇ ਗੁਰੂ ਨਾਨਕ ਨਿਸ਼ਕਾਮ ਜੱਥਾ, ਉਹਨਾਂ ਕੋਲੋਂ ਸਤਿਗੁਰੂ ਜੀ ਨੇ ਸੇਵਾ ਕਰਵਾਈ ਜੀ। ਮੈਂ ਸੋਚਦਾ ਕਿ ਇਹ ਵੀ ਮਹਾਰਾਜ ਨੇ ਪਹਿਲਾਂ ਹੀ ਨੀਅਤ ਕੀਤਾ ਹੋਏਗਾ ਵੀ ਕਿਹਦੇ ਕੋਲੋਂ ਕਿਹੜੀ ਸੇਵਾ ਲੈਣੀ ਹੈ ਜੀ, ਪਹਿਲਾਂ ਹੀ ਨੀਅਤ ਹੋਏਗਾ ਸਾਰਾ ਜੀ। ਸੋ ਮਹਾਰਾਜ ਦੱਸ ਰਹੇ ਨੇ ਕਾਰੀਗਰਾਂ ਨੂੰ, ਕਹਿਣ ਲੱਗੇ ਗੁੰਬਦ ਵਧੀਆ ਬਣਾਇਓ, ਕਿਉਂ? ਸਮੇਂ ਦੇ ਨਾਲ ਸੋਨਾ ਲੱਗਣਾ ਉਹਦੇ ਉੱਤੇ, ਕਹਿਣ ਲੱਗੇ। ਹਾਂਜੀ, ਏਮ ਬਤਾਏ ਸ਼੍ਰੀ ਮੁਖ ਬਿਦ ਸਾਰੀ। ਇਸ ਤਰੀਕੇ ਨਾਲ ਕਾਰੀਗਰਾਂ ਨੂੰ ਸਾਰੀ ਗੱਲ ਮਹਾਰਾਜ ਨੇ ਸਮਝਾਈ, ਜਿਵੇਂ ਅਕਾਲ ਪੁਰਖ ਜੀ ਨੇ ਦੱਸੀ ਸੀਗੀ ਜੀ। ਪੁੰਨ ਬ੍ਰਿਧ ਸੋ ਗੁਰ ਗਿਰਾ ਉਚਾਰੀ। ਫਿਰ ਮਹਾਰਾਜ ਨੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਜੀ। ਬਾਬਾ ਬੁੱਢਾ ਸਾਹਿਬ ਜੀ ਦਾ ਬਹੁਤ ਯੋਗਦਾਨ ਹੈ ਜੀ। ਹਾਂਜੀ, ਸਿਮਰੋ ਸਭ ਸਤਿਗੁਰ ਸੁਖ ਰਾਸ। ਮਹਾਰਾਜ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ, ਬਾਬਾ ਜੀ ਚਾਰੇ ਗੁਰੂ ਸਾਹਿਬਾਂ ਨੂੰ ਯਾਦ ਕਰੋ, ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਖਰੇ ਹੋਏ ਕੀਜੈ ਅਰਦਾਸ। ਤੇ ਖਲੋ ਕੇ ਅਰਦਾਸ ਕਰੋ। ਬਾਬਾ ਬੁੱਢਾ ਸਾਹਿਬ ਜੀ ਨੇ ਨਾਮ ਲਿਆ, ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਹਾਂਜੀ, ਅਬ ਚਲ ਨੀਵ ਧਰੀ ਗੁਰ ਨਾਨਕ। ਸ਼ਬਦ ਪੜਿਆ ਜੀ, ਫਿਰ ਪੰਕਤੀ ਪੜੀ ਮਹਾਰਾਜ ਦੀ ਬਾਣੀ ਚ ਆਉਂਦਾ ਨਾ, ਅਬ ਚਲ ਨੀਵ ਧਰੀ ਗੁਰ ਨਾਨਕ, ਨਿਤ ਨਿਤ ਚੜੈ ਸਵਾਈ। ਬਾਬਾ ਜੀ ਨੇ ਪੰਕਤੀ ਪੜੀ ਜੀ, ਅਬ ਚਲ ਨੀਵ ਧਰੀ ਗੁਰ ਨਾਨਕ, ਅਬ ਚਲ ਨੀਵ ਧਰੀ ਗੁਰ ਨਾਨਕ। ਅਬ ਚਲ ਨੀਵ ਧਰੀ ਗੁਰ ਨਾਨਕ, ਅਬ ਚਲ ਨੀਵ ਧਰੀ ਗੁਰ ਨਾਨਕ। ਅਬ ਚਲ ਨੀਵ ਧਰੀ ਗੁਰ ਨਾਨਕ, ਅਬ ਚਲ ਨੀਵ ਧਰੀ ਗੁਰ ਨਾਨਕ। ਅਬ ਚਲ ਨੀਵ ਧਰੀ ਗੁਰ ਨਾਨਕ, ਅਬ ਚਲ ਨੀਵ ਧਰੀ ਗੁਰ ਨਾਨਕ। ਅਬ ਚਲ ਨੀਵ ਧਰੀ ਗੁਰ ਨਾਨਕ, ਨਿਤ ਨਿਤ ਚੜ੍ਹੈ ਸਵਾਈ ਸਵਾਈ। ਬਾਬਾ ਜੀ ਨੇ ਉਹ ਪੰਕਤੀ ਪੜੀ, ਮੰਦਰ ਸੁਭੈ ਲਗਹਿ ਮਣ ਮਾਣਿਕ। ਤੇ ਸਾਧ ਸੰਗਤ ਜੀ ਆਖਿਆ, ਮਹਾਰਾਜ ਤੁਹਾਡਾ ਮੰਦਰ ਬਣਨ ਲੱਗਾ, ਸੋਹਣਾ ਬਣੇ, ਸੋਹਣਾ ਬਣੇ। ਪ੍ਰਭ ਹਰ ਮੰਦਰ ਸੋਹਣਾ, ਜਿਸ ਮਹਿ ਮਾਣਿਕ ਲਾਲ। ਹਾਂਜੀ, ਹੁਕਮ ਸੁਨਿਓ ਬ੍ਰਿਧ ਬੰਦੇ ਹਾਥ। ਜਦੋਂ ਗੁਰੂ ਸਾਹਿਬ ਨੇ ਹੁਕਮ ਕੀਤਾ, ਬਾਬਾ ਜੀ ਕਰੋ ਅਰਦਾਸ, ਧੰਨ ਧੰਨ ਬਾਬਾ ਬੁੱਢਾ ਸਾਹਿਬ ਨੇ ਹੱਥ ਜੋੜ ਲਏ। ਸਭ ਸੰਗਤਾਂ ਖਲੋ ਗਈਆਂ, ਕਾਰੀਗਰ ਖਲੋਗੇ ਜੀ ਆ ਕੇ। ਸਿਮਰਨ ਕਰ ਚਾਰੋਂ ਗੁਰਨਾਥ। ਚਾਰੇ ਪਾਤਸ਼ਾਹੀਆਂ ਦਾ ਨਾਮ ਲਿਆ ਜੀ। ਹਾਂਜੀ, ਸ਼੍ਰੀ ਸਤਿਗੁਰ ਹਰਮੰਦਰ ਹੋਏ। ਹਾਂਜੀ, ਜਿਸ ਤੇ ਸੁਖ ਪ੍ਰਾਪਤ ਸਭ ਕੋਏ। ਆਖਿਆ ਹੈ ਮਹਾਰਾਜ ਹਰਮੰਦਰ ਸਾਹਿਬ ਸਥਾਪਿਤ ਹੋਵੇ, ਇਹਦੇ ਨਾਲ ਜਗਤ ਨੂੰ ਸੁਖ ਮਿਲੇ। ਕਲ ਯੁਗ ਮਹਿ ਨਿਹਚਲ ਇਸ ਨੀਵ। ਬੁਰਾ ਜੇ ਚਿਤ ਹੈ ਬਿਨਾਸੀ ਥੀਵ। ਬਾਬਾ ਬੁੱਢਾ ਸਾਹਿਬ ਨੇ ਅਰਦਾਸ 'ਚ ਇੱਕ ਹੋਰ ਗੱਲ ਕੀਤੀ ਜੀ। ਅੱਜ ਕੇ ਆਖੋ ਵਾਹਿਗੁਰੂ। ਬਾਬਾ ਬੁੱਢਾ ਜੀ ਬੜੇ ਸਿਆਣੇ ਆ ਨਾ। ਬਾਬਾ ਬੁੱਢਾ ਸਾਹਿਬ ਅਰਦਾਸ ਕਰਦੇ ਆ, ਕਹਿੰਦੇ ਮਹਾਰਾਜ ਹਰਮੰਦਰ ਸਾਹਿਬ ਦੀ ਨੀਂਹ ਅਟੱਲ ਰਵੇ। ਨੀਂਹ ਰੱਖਣ ਲੱਗੇ ਆ, ਨੀਂਹ ਅਟੱਲ ਰਵੇ। ਤੇ ਬੁਰਾ ਜੇ ਚਿਤ ਮਹਿ ਬਿਨਾਸੀ ਥੀਵ, ਜਿਹੜਾ ਇਹਨੂੰ ਵੇਖ ਕੇ ਬੁਰਾ ਸੋਚੇ ਉਹਦਾ ਨਾਸ ਹੋਵੇ, ਕਹਿਣ ਲੱਗੇ। ਬਾਬਾ ਜੀ ਨੇ ਅਰਦਾਸ ਕੀਤੀ ਜੀ। ਹਾਂਜੀ, ਮਹਾਰਾਜ ਦੇ ਬਾਣੀ ਹੈ ਜੀ। ਮੈਂ ਹਰਮੰਦਰ ਸਾਹਿਬ ਦਰਸ਼ਨ ਕਰਕੇ ਨਾ, ਤੇ ਉੱਪਰ ਮਹਾਰਾਜ ਦੇ ਸਰੂਪ ਦੇ ਦਰਸ਼ਨ ਕਰਕੇ ਹੇਠਾਂ ਆ ਰਿਹਾ ਸਾਂ। ਪੌੜੀਆਂ ਦੇ ਉੱਤੇ ਪੰਕਤੀ ਲਿਖੀ ਹੋਈ ਸੀਗੀ ਜੀ, ਸਤਿਗੁਰ ਸਥਿਤ ਕੀਨੇ ਘਰ ਬਾਰ। ਤੇ ਉਹਦੇ ਵਿੱਚ ਪੰਕਤੀ ਆਉਂਦੀ ਹੈ,
ਜਿਹੜਾ ਇਹਨਾਂ ਘਰਾਂ ਦੀ ਨਿੰਦਿਆ ਕਰੇਗਾ ਉਹਨੂੰ ਕਰਤੇ ਪੁਰਖ ਦੀ ਮਾਰ ਪਏਗੀ ਜੀ। ਸੋ ਮਹਾਰਾਜ ਨੇ ਸ਼ਬਦ ਲਿਖਿਆ ਜੀ, ਉੱਥੇ ਉੱਤੇ ਪੌੜੀਆਂ ਤੇ ਲਿਖਿਆ ਹੋਇਆ ਜੀ। ਬਾਬਾ ਜੀ ਨੇ ਅਰਦਾਸ ਕੀਤੀ, ਮਹਾਰਾਜ ਜਿਹੜਾ ਇਹਦੇ ਵੱਲ ਬੁਰੀ ਨਿਗਾਹ ਨਾ ਵੇਖੇ ਉਹਦਾ ਨਾਸ ਹੋਵੇ ਜੀ। ਅੱਜ ਤੱਕ ਸਰਕਾਰਾਂ ਵੇਖਦੀਆਂ ਜੀ, ਤਾਂ ਫਿਰ ਰਹਿੰਦੇ ਵੀ ਨਹੀਂ ਨਾ ਸਦਾ ਜੀ। ਹਾਂਜੀ, ਅੰਗ ਸੰਗ ਸਤਿਗੁਰੂ ਸਹਾਏ, ਮਹਾਰਾਜ ਆਪ ਜੀ ਅੰਗ ਸੰਗ ਸਹਾਈ ਹੋਇਓ ਸਾਡੇ। ਸਿਰ ਸ਼ਤਰੁਨ ਕੇ ਇਹ ਦਿਪਤਾਏ, ਤੇ ਕਹਿਣ ਲੱਗੇ ਇਹ ਸਦਾ ਹੀ ਗੁਰਸਿੱਖਾਂ ਦੇ ਸਿਰ ਦਾ ਤਾਜ ਬਣਿਆ ਰਵੇ ਜੀ। ਛਤਰ ਧਾਰੀਆਂ ਦੇ ਸਿਰਾਂ ਤੇ ਜਗਮਗਾਏ ਐਸਾ ਸਥਾਨ ਬਣੇ। ਹਾਂਜੀ, ਮਨ ਹੈ ਪੁਰ ਹੈ ਮਨੋਰਥ ਸੋਏ, ਸੀਸ ਨਿਵਾਏ ਬਿਗਨ ਗਨ ਖੋਏ। ਮਹਾਰਾਜ ਆਪ ਜੀ ਦਾ ਸਥਾਨ ਬਣਾਉਣ ਲੱਗੇ ਆ, ਕਿਰਪਾ ਕਰਿਓ ਜੋ ਜੋ ਇਸ ਸਥਾਨ ਤੇ ਆ ਕੇ ਨਮਸਕਾਰ ਕਰੇ ਉਹਦੇ ਸਾਰੇ ਮਨੋਰਥ ਪੂਰੇ ਹੋਣ। ਵੇਖ ਲਓ ਬਾਬਾ ਬੁੱਢਾ ਸਾਹਿਬ ਕਿੱਡੇ ਸਿਆਣੇ, ਗੱਜ ਕੇ ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਇੰਨੀ ਡੂੰਘੀ ਅਰਦਾਸ ਤੇ ਕੋਈ ਵੀ ਨਹੀਂ ਕਰਦਾ ਜੀ। ਜਦੋਂ ਕਿਸੇ ਦੇ ਘਰ ਦੀ ਕੋਈ ਨਹੀਂ ਰੱਖਦਾ ਤੇ ਇਸ ਤਰ੍ਹਾਂ ਦੀ ਅਰਦਾਸ ਨਹੀਂ ਕੋਈ ਕਰਦਾ। ਇੰਨਾ ਹੀ ਕਹਿੰਦੇ ਵੀ ਨਹੀਂ ਰੱਖਣ ਲੱਗੇ ਆਗਿਆ ਦਿਓ। ਹਾਂਜੀ, ਦਿਨ ਪ੍ਰਤ ਦਿਪ ਹੈ ਦੁਗਨ ਚੁਗਨੋ, ਕਹਿਣ ਲੱਗੇ ਮਹਾਰਾਜ ਕਿਰਪਾ ਕਰਿਓ ਦਿਨੋਂ ਦਿਨ ਆਪ ਜੀ ਦਾ ਇਹ ਦਰ ਕਹਿਣ ਲੱਗੇ ਦੁਣਾ ਚੌਗੁਣਾ ਜਗਮਗਾਏ, ਚਮਕੇ ਦੁਨੀਆ 'ਚ ਲਿਸ਼ਕਾਂ ਮਾਰੇ, ਇਹ ਕਿਰਪਾ ਕਰੋ ਕਹਿਣ ਲੱਗੇ। ਹਾਂਜੀ, ਜਿਮ ਪ੍ਰਤ ਪਦ ਤੇ ਹੋਏ ਸਸ ਪੂਨੋ, ਗੱਜ ਕੇ ਆਖੋ ਵਾਹ। ਜਿਵੇਂ ਏਕਮ ਵਾਲੇ ਦਿਨ ਰਾਤ ਚੰਦਰਮਾ ਛੋਟਾ ਹੁੰਦਾ, ਪੁੰਨੇ ਵਾਲੇ ਦਿਨ ਪੂਰਨ ਹੋ ਜਾਂਦਾ ਜੀ, ਐਵੇਂ ਮਹਾਰਾਜ ਦਾ ਪ੍ਰਤਾਪ ਵਧੇ। ਹਾਂਜੀ, ਬੀਚ ਬਿਰਾਜੈ ਗੁਰ ਸਭ ਸਮੈ, ਹਾਂਜੀ, ਆਏ ਚਤੁਰਦਿਸ਼ ਤੇ ਨਰ ਨਿਮੈ। ਤੇ ਕਿਰਪਾ ਕਰਿਓ ਇਹਦੇ ਵਿੱਚ ਸਦਾ ਗੁਰੂ ਨਾਨਕ ਸਾਹਿਬ ਬਿਰਾਜਮਾਨ ਹੀ ਰਹਿਣ ਜੀ। ਕੌਣ ਅਰਦਾਸ ਕਰ ਰਿਹਾ? ਬਾਬਾ ਬੁੱਢਾ ਸਾਹਿਬ। ਮਹਾਰਾਜ ਇਹਦੇ ਵਿੱਚ ਬਿਰਾਜਮਾਨ ਰਿਓ, ਇੱਥੇ ਸਦਾ ਹਾਜ਼ਰ ਰਿਓ ਮਹਾਰਾਜ। ਚਾਰੇ ਪਾਸਿਓਂ ਆ ਕੇ ਲੋਕ ਤੁਹਾਡੇ ਇਸ ਸਥਾਨ ਤੇ ਨਮਸਕਾਰ ਕਰਨ, ਮਹਾਰਾਜ ਐਸੀ ਕਿਰਪਾ ਕਰਿਓ। ਹਾਂਜੀ, ਇਮ ਅਰਦਾਸ ਕਰੀ ਬ੍ਰਿਧ ਜਬੈ, ਇਹ ਅਰਦਾਸ ਫਿਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਹੈ ਜੀ। ਵੇਖ ਲਓ ਕੈਸੀ ਅਰਦਾਸ ਕੀਤੀ ਬਾਬਾ ਜੀ ਨੇ। ਅਰਦਾਸ ਦੇ ਵਿੱਚ ਕਰਤੇ ਪੁਰਖ ਕੋਲੋਂ ਵਰ ਮੰਗ ਲਏ ਜੀ ਸਾਰੇ ਜੀ, ਵੀ ਇਹਦਾ ਪ੍ਰਤਾਪ ਵੀ ਵਧੇ, ਇਹਦੀ ਨੀਂਹ ਅਟਲ ਰਵੇ, ਇਹ ਸਦਾ ਜਗਮਗਾਉਂਦਾ ਰਵੇ, ਇਹਦੇ 'ਚ ਮਹਾਰਾਜ ਦਾ ਸਦਾ ਵਾਸਾ ਰਵੇ ਜੀ। ਅਰਦਾਸ 'ਚ ਹੀ ਸਭ ਕੁਝ ਮੰਗ ਲਿਆ ਜੀ। ਹਾਂਜੀ, ਸ਼੍ਰੀ ਅਰਜਨ ਕਰ ਪੰਕਜ ਤਬੈ, ਤੇ ਫਿਰ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ ਨੇ, ਇੱਥੇ ਦੋ ਧਾਰਾਵਾਂ ਹਨ। ਇੱਕ ਉਹ ਪ੍ਰੇਮੀ ਨੇ ਜਿਹੜੇ ਇਹ ਕਹਿੰਦੇ ਨੇ ਵੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਨਾਲ ਰੱਖੀ ਜੀ, ਉਹ ਵੀ ਪ੍ਰੇਮੀ ਹਨ। ਕਵੀ ਸੰਤੋਖ ਸਿੰਘ ਜੀ ਨੇ ਇੰਝ ਹੀ ਲਿਖਿਆ ਹੈ, ਪਰ ਸਾਡਾ ਇਹ ਵੀ ਇਤਿਹਾਸ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਇਹਦੀ ਨੀਂਹ ਸਾਈਂ ਮੀਆਂ ਮੀਰ ਜੀ ਕੋਲੋਂ ਰਖਵਾਈ ਸੀ। ਇੱਕ ਧਾਰਨਾ ਹੈ ਵੀ ਮੈਂ ਦੋਵੇਂ ਬੇਨਤੀ ਕਰ ਰਿਹਾ, ਜੇ ਸਾਈਂ ਮੀਆਂ ਮੀਰ ਜੀ ਦੀ ਅਸੀਂ ਬੇਨਤੀ ਕਰਦੇ ਹਾਂ, ਇੱਕ ਬਹੁਤ ਵੱਡਾ ਗੁਰੂ ਸਾਹਿਬ ਦਾ ਸੁਨੇਹਾ ਸੀ। ਅੱਜ ਤੱਕ ਸਾਧ ਸੰਗਤ ਜੀ ਕਿਸੇ ਦੇ ਧਾਰਮਿਕ ਅਸਥਾਨ ਨੇ ਬਣਨਾ ਹੋਵੇ, ਉਹਦੇ ਨੀਂਹ ਜਿਹੜੀ ਹੈ ਦੂਜੇ ਧਰਮ ਦੇ ਬੰਦੇ ਕੋਲੋਂ ਨਹੀਂ ਰਖਾਈ ਗਈ ਜੀ। ਗੱਜ ਕੇ ਆਖੋ ਵਾਹਿਗੁਰੂ। ਪਰ ਇੱਥੇ ਧਰਮ ਦੀ ਗੱਲ ਨਹੀਂ ਸੀ, ਇੱਥੇ ਅਵਸਥਾ ਦੀ ਗੱਲ ਸੀ ਜੀ। ਦੂਜੀ ਧਾਰਨਾ ਇਹ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਈਂ ਮੀਆਂ ਮੀਰ ਜੀ ਕੋਲੋਂ ਨਹੀਂ ਰਖਾਈ ਸੀਗੀ ਜੀ, ਵੀ ਇਹ ਥਾਂ ਸਾਰਿਆਂ ਦਾ ਸਾਂਝਾ ਹੈ। ਹਾਂਜੀ, ਗਹੀ ਈਂਟ ਤਹਿ ਕਰੀ ਟਿਕਾਵਨ, ਮੰਦਰ ਅਵਚਲ ਨੀਵ ਰਖਾਵਨ। ਸੋ ਸਾਧ ਸੰਗਤ ਦੀ ਇੱਟ ਹੱਥ ਵਿੱਚ ਫੜੀ ਗਈ, ਤੇ ਜਿੱਥੇ ਫਿਰ ਕਾਰੀਗਰਾਂ ਨੇ ਦੱਸਿਆ ਉੱਥੇ ਫਿਰ ਇੱਟ ਰੱਖ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖੀ ਗਈ ਜੀ।
ਅਬ ਚਲ ਨੀਵ ਧਰੀ ਗੁਰ ਨਾਨਕ, ਅਬ ਚਲ ਨੀਵ ਧਰੀ ਗੁਰ ਨਾਨਕ। ਅਵ ਚਲ ਨੀਵ ਧਰੀ ਗੁਰ ਨਾਨਕ, ਅਵ ਚਲ ਨੀਵ ਧਰੀ ਗੁਰ ਅਬ ਨਾਨਕ। ਚਲ ਨੀਵ ਧਰੀ ਗੁਰ ਨਾਨਕ, ਅਬ ਚਲ ਨੀਵ ਧਰੀ ਗੁਰ ਨਾਨਕ। ਅਵ ਚਲ ਨੀਵ ਧਰੀ ਗੁਰ ਨਾਨਕ, ਅਵ ਚਲ ਨੀਵ ਧਰੀ ਗੁਰ ਨਾਨਕ। ਭਾਈ ਗੁਰਦਾਸ ਜੀ, ਭਾਈ ਬਹਿਲੋ ਜੀ, ਭਾਈ ਭਗਤੂ ਜੀ, ਭਾਈ ਮੰਝ ਜੀ, ਪਤਾ ਨਹੀਂ ਕਿੰਨੇ ਕੁ ਗੁਰੂ ਕੇ ਪਿਆਰੇ ਉੱਥੇ ਮੌਜੂਦ ਨੇ ਜੀ। ਹਾਂਜੀ। ਪੁੰਨ ਪੰਚਾਮ੍ਰਿਤ ਦ੍ਰਿਸ਼ਟ ਲਗਾਏਵ, ਹਾਂਜੀ। ਕਹਿ ਬ੍ਰਿਧ ਸੋ ਸਭ ਕੋ ਵਰਤਾਏਵ। ਸਾਧ ਸੰਗਤ ਜੀ, ਫਿਰ ਮਹਾਰਾਜ ਨੇ ਕੜਾ ਪ੍ਰਸਾਦ ਵੱਲ ਦ੍ਰਿਸ਼ਟੀ ਪਾਈ ਜੀ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਬਾਬਾ ਜੀ ਕੜਾ ਪ੍ਰਸਾਦ ਵਰਤਾਓ ਸਾਰਿਆਂ ਨੂੰ ਜੀ। ਤੇ ਸਾਧ ਸੰਗਤ ਜੀ, ਦਰਬਾਰ ਸਾਹਿਬ ਦੀ ਨੀਂਹ ਰੱਖੀ ਗਈ ਹੈ, ਤੇ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਆਖਿਆ ਵੀ ਖੁੱਲਾ ਕੜਾ ਪ੍ਰਸਾਦ ਵਰਤਾਓ ਸਾਰਿਆਂ ਨੂੰ। ਖੁੱਲਾ, ਖੁੱਲੀ ਦੇਗ ਵਰਤਾਈ ਗਈ ਜੀ ਸਾਰਿਆਂ ਨੂੰ ਜੀ। ਜਿੰਨੀ ਸੰਗਤ ਆਈ ਸੀਗੀ, ਉਹ ਮਹਾਰਾਜ ਜਦੋਂ ਗੁਰੂ ਨਾਨਕ ਸਾਹਿਬ ਇੱਥੇ ਆਏ, ਗੁਰੂ ਨਾਨਕ ਸਾਹਿਬ ਨੇ ਉਦੋਂ ਹੀ ਕਹਿ ਦਿੱਤਾ ਸੀਗਾ, ਇੱਥੇ ਭੋਗ ਤੇ ਮੋਖ ਦੋਵੇਂ ਹੀ ਚੱਲਣਗੇ। ਹਾਂਜੀ। ਜੈ ਜੈ ਨਾਦ ਕਰੈ ਸਿੱਖ ਸਾਰੇ, ਸਾਰੇ ਸਿੱਖ ਗੁਰੂ ਅਰਜਨ ਸਾਹਿਬ ਜੀ ਦੀ ਜੈ ਜੈਕਾਰ ਕਰ ਰਹੇ ਹੈ ਜੀ। ਕਹਿੰਦੇ ਨੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਲੱਗੇ ਕਾਰ ਸਰ ਪ੍ਰੇਮੀ ਭਾਰੇ, ਤੇ ਸਾਰੇ ਸਿੱਖ ਫਿਰ ਕਾਰ ਸੇਵਾ ਕਰਨ ਲੱਗ ਪਏ ਜੀ। ਕੱਲੇ ਕਾਰੀਗਰਾਂ ਥੋੜੀ ਹਰਿਮੰਦਰ ਸਾਹਿਬ ਬਣਾਇਆ ਜੀ, ਬੇਅੰਤ ਸੰਗਤਾਂ ਨੇ ਨਾਲ ਸੇਵਾ ਕੀਤੀ ਜੀ, ਬੇਅੰਤ ਸੰਗਤਾਂ ਨੇ ਜੀ। ਹਾਂਜੀ। ਚੂਨੋ ਸੂਖਮ ਪੀਸਨ ਕਰੈ, ਸਭ ਤੋਂ ਜ਼ਿਆਦਾ ਮਿਹਨਤ ਦਾ ਕੰਮ ਪਤਾ ਕੀ ਹੁੰਦਾ ਸੀ? ਬਰੀਕ ਚੂਨਾ ਪੀਸਣਾ ਜੀ। ਬੜੇ ਪ੍ਰੇਮੀ ਲੱਗੇ ਆ, ਉਹ ਬਰੀਕ ਬਰੀਕ ਚੂਨਾ ਜਿਹੜਾ ਹੈ ਉਹ ਪੀਸ ਰਹੇ ਆ ਜੀ। ਸੰਚ ਸੰਚ ਬਹੁ ਇੱਕ ਥਲ ਧਰੈ, ਚੂਨਾ ਪੀਸ ਪੀਸ ਕੇ ਢੇਰ ਲਾਈ ਜਾਂਦੇ। ਉਦੋਂ ਇਹੋ ਹੀ ਸੀਮੈਂਟ ਸੀਗਾ ਜੀ। ਹਾਂਜੀ। ਬਹੁ ਮਲ ਕੇ ਡਾਰ ਮਸਾਲੇ, ਫਿਰ ਉਹਨੂੰ ਮਲ ਕੇ ਚੰਗੀ ਤਰ੍ਹਾਂ ਉਹਦੇ ਚ ਮਸਾਲੇ ਪਾਏ ਜੀ। ਹਾਂਜੀ। ਕਰੈ ਮਿਲਾਵਨ ਮਸਲ ਬਿਸਾਲੇ, ਤੇ ਫਿਰ ਚੰਗੀ ਤਰ੍ਹਾਂ ਪੀ ਕੇ ਤੇ ਚੂਨਾ ਤਿਆਰ ਕੀਤਾ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਚੇਤਾ ਰੱਖੋ, ਠੀਕ ਹੈ ਹਰਿਮੰਦਰ ਸਾਹਿਬ ਤੇ ਤੋਪ ਚੱਲੀ ਸੀ, ਪਰ ਹਰਿਮੰਦਰ ਸਾਹਿਬ ਦੀ ਨੀਂਹ ਨਹੀਂ ਹਿੱਲੀ ਜੀ, ਨੀਂਹ ਨਹੀਂ ਹਿੱਲੀ ਜੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਚੂਨਾ ਤਿਆਰ ਕਰਵਾਇਆ ਬੜਾ ਵਧੀਆ ਜੀ। ਹਾਂਜੀ। ਧਰੇ ਪ੍ਰੀਤ ਸਿੱਖ ਕਾਰ ਕਰਨ ਤੇ, ਹੁਣ ਆਮ ਸੀਮੈਂਟ ਤਿਆਰ ਕਰਨ ਵਿੱਚ ਤੇ ਇਸ ਚੂਨੇ ਨੂੰ ਤਿਆਰ ਕਰਨ 'ਚ ਬੜਾ ਫਰਕ ਹੈ ਜੀ। ਸਿੱਖ ਚੂਨਾ ਤਿਆਰ ਕਰ ਰਹੇ ਨੇ, ਤੇ ਚੂਨਾ ਤਿਆਰ ਕਰਦੇ ਕਰਦੇ ਨਾਲ ਨਾਲ ਬੋਲਦੇ ਆ, ਵਾਹਿਗੁਰੂ 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 ਵਾਹਿਗੁਰੂ। ਬਹੁਤੇ ਹੀ ਪ੍ਰੇਮ ਨਾਲ ਸਿਮਰਨ ਕਰਦੇ ਆ ਸਿੱਖ, ਨਾਲ ਚੂਨਾ ਪੀਸਦੇ ਆ। ਹਾਂਜੀ। ਕੋ ਨਿਸਮੈ ਭੀ ਲੱਗੇ ਰਹੰਤੇ, ਵਾਹ ਜੀ ਵਾਹ। ਕਈ ਤੇ ਇੰਨੇ ਪਿਆਰ ਵਾਲੇ ਸਿੱਖ ਸਨ, ਉਹ ਫਿਰ ਰਾਤ ਨੂੰ ਵੀ ਲੱਗੇ ਹੀ ਰਹਿੰਦੇ ਸੀਗੇ ਜੀ। ਹਾਂਜੀ। ਵੇਖੋ ਨਾ ਜੀ, ਹਰਿਮੰਦਰ ਸਾਹਿਬ ਬਣ ਰਿਹਾ ਜੀ, ਉਹਨਾਂ ਨੂੰ ਸੀ ਵੀ ਸਾਡਾ ਚੂਨਾ ਪੀਸਣ ਦੇ ਵਿੱਚ ਹੀ ਸੇਵਾ ਲੱਗ ਜੇ, ਉਹ ਰਾਤ ਨੂੰ ਵੀ ਲੱਗੇ ਹੀ ਰਹਿੰਦੇ ਸੀਗੇ ਜੀ। ਰਾਤ ਨੂੰ ਵੀ ਚੂਨਾ ਪੀਸਣਾ ਉਹਨਾਂ ਨੇ ਜੀ। ਭਾਈ ਬਹਿਲੋ ਜੀ ਵਰਗੇ ਸਿੱਖ। ਹਾਂਜੀ। ਬਹੁਤ ਮਿਲੇ ਕਰ ਕਾਰ ਪਚਾਵਨ, ਲਓ ਜੀ, ਦਿਨੇ ਤੇ ਸੇਵਾ ਹੁੰਦੀ ਆ ਨਾ ਜੀ, ਰਾਤ ਨੂੰ ਵੀ ਸੰਗਤਾਂ ਲੱਗੀਆਂ ਹੀ ਰਹਿੰਦੀਆਂ ਜੀ, ਲੱਗੀਆਂ ਹੀ ਰਹਿੰਦੀਆਂ ਜੀ। ਇੱਕ ਛੋਟਾ ਮੋਟਾ ਮਕਾਨ ਬਣਾਉਣਾ ਹੋਵੇ 6 ਤੋਂ 12 ਮਹੀਨੇ ਲੱਗ ਜਾਂਦੇ ਜੀ, ਇੰਨਾ ਵੱਡਾ ਸਥਾਨ ਬਣਾਉਣਾ ਹੈ ਜੀ। ਹਾਂਜੀ। ਅਧਿਕ ਈਂਟ ਕੋ ਖਰਚ ਲਗਾਏ ਉਨ, ਤੇ ਉੱਥੇ ਫਿਰ ਲਿਖਦੇ ਆ, ਕਹਿੰਦੇ ਆ ਕਿ ਫਿਰ ਆਵੇ ਵੀ ਪੱਕ ਰਹੇ ਨੇ ਜੀ। ਆਵੇ ਪੱਕਦੇ ਭਾਈ ਬਹਿਲੋ ਜੀ ਦੀ ਜ਼ਿੰਮੇਵਾਰੀ 'ਚ ਬੜੀਆਂ ਇੱਟਾਂ ਤਿਆਰ ਹੋ ਰਹੀਆਂ ਨੇ ਜੀ। ਪੁਰਾਣੀਆਂ ਇੱਟਾਂ 'ਚ ਤੇ ਹੁਣ ਦੀਆਂ ਇੱਟਾਂ 'ਚ ਬਹੁਤ ਫਰਕ ਹੈ ਜੀ। ਹਾਂਜੀ। ਕੋ ਸਿਰ ਧਰੈ ਉਠਾਏ ਸੋ ਲਿਆਵੇਂ, ਉਹ ਜਦੋਂ ਆਵਿਆਂ 'ਚੋਂ ਇੱਟਾਂ ਨਿਕਲਦੀਆਂ ਨੇ, ਸਿਰ ਤੇ ਚੁੱਕ ਕੇ ਲਿਆ ਕੇ ਸਰੋਵਰ ਦੇ ਹੇਠਾਂ ਪਹੁੰਚਾਉਂਦੇ ਆ ਜੀ।
ਹਾਂਜੀ, ਕਾਰੀਗਰ ਕੇ ਨਿਕਟ ਪੁਚਾਵੇਂ। ਕਾਰੀਗਰਾਂ ਨੂੰ ਲਿਆ ਇੱਟਾਂ ਦਿੰਦੇ ਆ, ਕੋਈ ਇੱਟਾਂ ਦੇ ਰਿਹਾ, ਕੋਈ ਆਵੇ ਤੇ ਲੱਗਾ ਹੋਇਆ, ਕੋਈ ਖੁਦਵਾਈ ਕਰ ਰਿਹਾ, ਕੋਈ ਪੌੜੀਆਂ ਬਣਵਾ ਰਿਹਾ, ਕੋਈ ਚੂਨਾ ਪੀਸ ਰਿਹਾ, ਕੋਈ ਧਿਆਨ ਰੱਖ ਰਿਹਾ, ਸਾਰੇ ਹੀ ਸੇਵਾ 'ਚ ਲੱਗੇ ਆ। ਕਿਉਂ? ਇਹ ਉਹ ਥਾਂ ਬਣ ਰਹੀ ਜਿਹਨੂੰ ਰੱਬ ਨੇ ਬੰਨਿਆ ਹੈ ਜੀ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਸੋਹਿਆ। ਹਾਂਜੀ, ਕੋ ਚੂਨੇ ਕੋ ਲਿਆਏ ਉਠਾਈ। ਕਈ ਫਿਰ ਚੂਨਾ ਚੁੱਕ ਚੁੱਕ ਕੇ ਲੈ ਕੇ ਆ ਰਹੇ ਨੇ। ਹਰ ਮੰਦਰ ਪਰ ਦੇਤ ਲਗਾਈ। ਵਾਹ, ਹਰਮੰਦਰ ਸਾਹਿਬ ਤੇ ਲਾ ਦਿੰਦੇ ਨੇ ਲਿਆ ਕੇ ਜੀ। ਦੂਰੋਂ ਦੂਰੋਂ ਸਿੱਖ ਚੂਨਾ ਬਣਾ ਬਣਾ ਕੇ ਲੈ ਕੇ ਆ ਰਹੇ ਨੇ। ਪਿੰਡਾਂ ਚੋਂ ਸੰਗਤਾਂ ਚੂਨਾ ਤਿਆਰ ਕਰ ਕਰਕੇ ਲੈ ਕੇ ਆ ਰਹੀਆਂ ਨੇ ਜੀ। ਮੁੱਖ ਕੰਮ ਤੇ ਸੀਮੈਂਟ ਦਾ ਹੀ ਹੈ ਨਾ ਜੀ। ਉਦੋਂ ਇਹੋ ਹੀ ਸੀਮੈਂਟ ਸੀਗਾ ਜੀ, ਇਹਦੇ ਨਾਲ ਹੀ ਪਕਿਆਈ ਆਉਣੀ ਹੈ। ਹਾਂਜੀ, ਸਭ ਕੀ ਸੇਵਾ ਅਲਪ ਵਿਸਾਲਾ। ਹਾਂਜੀ। ਜੋ ਨਿਸ਼ਕਾਮ ਕਾਮਨਾ ਵਾਲਾ। ਕਹਿਣ ਲੱਗੇ ਸਭ ਕੀ ਸੇਵਾ ਅਲਪ ਵਿਸਾਲਾ। ਸਾਰਿਆਂ ਦੀ ਸੇਵਾ ਵੱਡੀ ਸੀ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਸਾਰੇ ਆਪਣੇ ਵੱਲੋਂ ਜ਼ਿਆਦੀ ਸੇਵਾ ਕਰਨੀ ਚਾਹੁੰਦੇ ਸਨ। ਤੇ ਨਾਲ ਜੋ ਨਿਸ਼ਕਾਮ ਕਾਮਨਾ ਵਾਲਾ, ਜਿਹੜਾ ਤੇ ਕਾਮਨਾ ਰੱਖਦਾ ਸੀ ਉਹਦੀ ਕਾਮਨਾ ਪੂਰੀ ਹੁੰਦੀ ਸੀ। ਤੇ ਜਿਹੜਾ ਸੇਵਾ ਕਰਕੇ ਮੰਗ ਨਹੀਂ ਸੀ ਨਾ ਕੋਈ ਰੱਖਦਾ, ਸੇਵਾ ਹੀ ਕਰਦਾ ਸੀ ਪ੍ਰੇਮ ਨਾਲ। ਹਾਂਜੀ, ਲਗ ਅਰ ਮਹਿਦ ਪ੍ਰੇਮ ਉਰ ਜੈਸੇ। ਹਾਂਜੀ। ਸ਼੍ਰੀ ਸਤਿਗੁਰ ਉਰ ਤਨ ਜਾਣੈ ਤੈਸੇ। ਮਹਾਰਾਜ ਫਿਰ ਜਾਣਦੇ ਸਨ ਤੇ ਗੁਰੂ ਅਰਜਨ ਸਾਹਿਬ ਉਹਦਾ ਹਿਰਦਾ ਨਿਰਮਲ ਕਰ ਦਿੰਦੇ ਸਨ ਜੀ। ਮਨ ਨਿਰਮਲ ਕਰਨਾ ਹੀ ਸਾਧ ਸੰਗਤ ਦੀ ਔਖਾ ਹੈ। ਮਨ ਨਿਰਮਲ ਕਰਨਾ ਜੀ, ਮਹਾਰਾਜ ਉਹਦਾ ਮਨ ਨਿਰਮਲ ਕਰ ਦਿੰਦੇ ਜੀ। ਪ੍ਰੇਮ ਨਾਲ ਸੇਵਾ ਕਰ ਰਿਹਾ ਜੀ। ਕੋਈ ਥੋੜੇ ਪ੍ਰੇਮ ਵਾਲਾ, ਕੋਈ ਬਹੁਤੇ ਪ੍ਰੇਮ ਵਾਲਾ, ਜਿਹੜਾ ਜਿਸ ਭਾਵਨਾ ਨਾਲ ਸੇਵਾ ਕਰ ਰਿਹਾ ਸੀ, ਜਾਣੀ ਜਾਣ ਗੁਰੂ ਅਰਜਨ ਦੇਵ ਮਹਾਰਾਜ ਸਭ ਕੁਝ ਜਾਣਦੇ ਆ ਜੀ। ਹਾਂਜੀ, ਜੋਗ ਛੇਮ ਸਿੱਖਨ ਕੀ ਕਰਤਾ। ਜਨਮ ਮਰਨ ਕੇ ਕਲਮਲ ਹਰਤਾ। ਲਓ ਉਸ ਸਮੇਂ ਦੌਰਾਨ ਹੀ ਮਹਾਰਾਜ ਸਿੱਖਾਂ ਦਾ ਕਲਿਆਣ ਕਰ ਰਹੇ ਨੇ ਜੀ। ਗੱਜ ਕੇ ਆਖੋ ਵਾਹਿਗੁਰੂ। ਸੇਵਾ ਦਾ ਕੁੰਭ ਛੇੜਿਆ ਮਹਾਰਾਜ ਨੇ ਜੀ। ਸਿੱਖਾਂ ਦਾ ਕਲਿਆਣ ਕਰਨ ਦੇ ਜਨਮਾਂ ਜਨਮਾਂ ਦੀਆਂ ਮੈਲਾਂ ਧੋ ਰਹੇ ਨੇ ਮਹਾਰਾਜ। ਹਾਂਜੀ, ਕਿਰਪਾ ਕਰਹਿ ਦਾਸਨ ਕੋ ਹੀਰੈ। ਜੋ ਘਾਲਤ ਹੈ ਘਾਲ ਕਨੇਰ ਹੈ। ਕਾਰੀਗਰ ਲੱਗਦੇ ਆ ਮਹਾਰਾਜ, ਕਾਰੀਗਰਾਂ ਨੂੰ ਵੀ ਵੇਖਦੇ ਆ। ਜਿਹੜੇ ਰਾਤ ਰਾਤ ਜਾਗ ਕੇ ਵੀ ਸੇਵਾ ਕਰਦੇ ਰਹਿੰਦੇ, ਚੂਨਾ ਪੀਸਦੇ ਰਹਿੰਦੇ ਆ, ਸਤਿਗੁਰੂ ਉਹਨਾਂ ਵੱਲ ਵੀ ਵੇਖਦੇ ਆ ਜੀ। ਉਹਨਾਂ ਵੱਲ ਵੀ ਵੇਖਦੇ ਆ, ਮਿਹਰ ਦੀ ਦ੍ਰਿਸ਼ਟੀ ਨਾਲ ਵੇਖਦੇ ਆ। ਜਿਹੜੇ ਆਵਿਆਂ ਤੇ ਲੱਗੇ ਉਹਨਾਂ ਵੱਲ ਵੀ ਮਿਹਰ ਦੀ ਦ੍ਰਿਸ਼ਟੀ ਨਾਲ ਦੇਖਦੇ ਆ। ਹਾਂਜੀ, ਸੁੰਦਰ ਸਰ ਕੀ ਬਨੀ ਸੁਪਾਨ। ਤੇ ਥੋੜੇ ਦਿਨਾਂ ਵਿੱਚ ਆਪ ਧਿਆਨ ਦੇ ਕੇ ਲਾਗੇ ਖਲੋ ਕੇ ਗੁਰੂ ਅਰਜਨ ਸਾਹਿਬ ਨੇ ਆਸੇ ਪਾਸੇ ਦੀਆਂ ਸਾਰੀਆਂ ਪੌੜੀਆਂ ਬਣਵਾ ਲਈਆਂ ਜੀ। ਸਾਰੀਆਂ ਹੀ ਜੀ, ਪੌੜੀਆਂ ਵੀ ਬਣ ਗਈਆਂ ਤੇ ਥੱਲੇ ਨੀਂਬ ਵੀ ਰੱਖੀ ਗਈ ਜੀ। ਉਹ ਵੀ ਹੌਲੀ ਹੌਲੀ ਉੱਤੇ ਉੱਤੇ ਕੰਮ ਆ ਰਿਹਾ ਜੀ। ਹਾਂਜੀ, ਬਾਹੀ ਚਾਰੋਂ ਕੋਨ ਸਮਾਨ। ਤੇ ਮਹਾਰਾਜ ਨੇ ਚਾਰੋਂ ਬਾਈਆਂ ਸਮਾਨ ਰੱਖੀਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਬਾਹੀ ਚਾਰੋਂ ਕੋਨ ਸਮਾਨ। ਚਾਰੇ ਬਾਈਆਂ ਦੇ ਕੋਨੇ ਸਮਾਨ ਰੱਖੇ ਮਹਾਰਾਜ ਨੇ ਜੀ। ਐ ਕੋਈ ਇਹ ਨਹੀਂ ਵੀ ਸਰੋਵਰ ਟੇਢਾ ਹੈਗਾ ਹੈ ਜੀ, ਨਹੀਂ, ਬਿਲਕੁਲ ਸਿੱਧੀ ਦਿਸ਼ਾ 'ਚ ਬਣੇ ਜੀ। ਚੇਤਾ ਰੱਖਿਓ, ਗੁਰੂ ਅਰਜਨ ਸਾਹਿਬ ਤੋਂ ਵੱਡਾ ਇੰਜੀਨੀਅਰ ਨਹੀਂ ਕੋਈ ਹੈਗਾ ਜੀ। ਉਦੋਂ ਆਪਾਂ ਪੰਕਤੀ ਪੜ੍ਹੀ ਨਾ, ਸਤਿਗੁਰ ਦਿਓ ਪ੍ਰਤੱਖ ਹਰ ਮੂਰਤ। ਤੇ ਮਹਾਰਾਜ ਤੋਂ ਵੱਧ ਕਿੰਨੇ ਕਾਰਜ ਵਧੀਆ ਕਰਾਉਣਾ ਜੀ। ਸਰੋਵਰ ਦੇ ਚਾਰੋਂ ਬਾਈਆਂ ਐਨ ਬਰਾਬਰ ਮਹਾਰਾਜ ਨੇ ਬਣਵਾਈਆਂ ਜੀ। ਇੱਕ ਬਾਈ ਤੇ ਖਲੋ ਜਾਓ, ਦੂਜੀ ਬਾਈ ਦੇ ਸਪਸ਼ਟ ਦਰਸ਼ਨ ਹੋਣਗੇ ਤੁਹਾਨੂੰ ਜੀ। ਦੂਜੇ ਕੋਨੇ ਦੇ ਜੀ, ਵਿੰਗਾ ਟੇਢਾ ਨਹੀਂ ਨਾ ਹੈਗਾ ਕੰਮ ਜੀ। ਹਾਂਜੀ, ਹਰਮੰਦਰ ਕੀ ਕੁਰਸੀ ਭਈ। ਕਰਦਿਆਂ ਕਰਦਿਆਂ ਸਹਿਜੇ ਸਹਿਜੇ ਪੁੱਲ ਤਿਆਰ ਹੋ ਰਿਹਾ ਹੈ ਤੇ ਹਰਮੰਦਰ ਕੀ ਕੁਰਸੀ ਪਈ। ਕੁਝ ਸਿਆਣੇ ਗੁਰਮੁਖ ਬੈਠੇ, ਉਹਨਾਂ ਨੂੰ ਪਤਾ ਹੈ ਕੁਰਸੀ ਰੱਖਣਾ ਕੀ ਹੁੰਦਾ ਹੈ ਜੀ। ਥੋੜਾ ਥੜਾ ਉੱਚਾ ਬਣਾਉਣਾ। ਕਰਦਿਆਂ ਕਰਦਿਆਂ ਉਹ ਹਰਮੰਦਰ ਦੀ ਕੁਰਸੀ ਤਿਆਰ ਹੋਈ ਜੀ। ਲੈਵਲ ਤਿਆਰ ਕੀਤਾ ਜੀ। ਹਾਂਜੀ,
ਪਰਬ੍ਰਤ ਬਰਖਾ ਰੁੱਤ ਜਗ ਭਈ। ਉਧਰੋਂ ਵਰਖਾ ਦੀ ਰੁੱਤ ਆ ਗਈ ਜੀ। ਗੱਜ ਕੇ ਆਖੋ ਵਾਹਿਗੁਰੂ। ਜਦੋਂ ਹਰਮੰਦਰ ਦੀ ਕੁਰਸੀ ਤਿਆਰ ਹੋਈ ਨਾ ਦਰਬਾਰ ਸਾਹਿਬ ਦੀ, ਤੇ ਉਧਰੋਂ ਮੀਂਹ ਪੈਣਾ ਸ਼ੁਰੂ ਹੋ ਗਿਆ ਜੀ। ਰੱਬ ਵੀ ਖੁਸ਼ ਹੋ ਗਿਆ ਜੀ। ਅਕਾਲ ਪੁਰਖ ਜੀ ਤੇ ਪਹਿਲਾਂ ਹੀ ਖੁਸ਼ ਨੇ ਜੀ, ਬੱਦਲ ਖੁਸ਼ ਹੋ ਗਏ ਜੀ। ਹਾਂਜੀ, ਸ਼੍ਰੀ ਸਤਿਗੁਰ ਨੇ ਤਾਲ ਬਨਾਵਾ। ਕਹਿੰਦੇ ਵੇਖੋ ਅਕਾਲ ਪੁਰਖ ਜੀ ਨੇ ਪਹਿਲਾਂ ਹੀ ਪ੍ਰਬੰਧ ਕੀਤਾ ਜੀ ਸਾਰਾ ਜੀ। ਹੰਸਲੀ ਬਾਅਦ ਵਿੱਚ ਬਣਾਈ ਗਈ ਜੀ ਸਰੋਵਰ ਵਿੱਚ। ਮੈਂ ਅੱਗੇ ਬੇਨਤੀ ਕਰਾਂਗਾ ਜੀ, ਸਭ ਤੋਂ ਪਹਿਲਾ ਜਿਹੜਾ ਜਲ ਹੈ ਉਹ ਕਰਤੇ ਪੁਰਖ ਨੇ ਆਪ ਹੀ ਪਾਇਆ ਹੈ ਜੀ। ਪੁੱਲ ਵਿੱਚ ਤਿਆਰ ਹੋ ਗਿਆ, ਕੁਰਸੀ ਤਿਆਰ ਹੋ ਗਈ, ਲੈਵਲ ਹੋ ਗਿਆ ਵੀ ਇੱਥੇ ਹੁਣ ਦਰਬਾਰ ਬਣਾਉਣਾ ਹੈ ਅੰਦਰ ਜੀ। ਤੇ ਫਿਰ ਕੀ ਹੋਇਆ ਜੀ, ਮੀਂਹ ਦੀ ਰੁੱਤ ਸ਼ੁਰੂ ਹੋ ਗਈ। ਹਾਂਜੀ, ਮਾਨੋ ਭਰਨ ਕੋ ਘਨ ਉਮਡਾਵਾ। ਕਹਿੰਦੇ ਆ ਗੁਰੂ ਅਰਜਨ ਸਾਹਿਬ ਜੀ ਨੇ ਸਰੋਵਰ ਬਣਾਇਆ ਹੈ, ਉਸ ਸਰੋਵਰ ਨੂੰ ਭਰਨ ਵਾਸਤੇ ਮਾਨੋ ਬੱਦਲ ਸੇਵਾ ਕਰਨ ਲੱਗ ਪਏ ਜੀ। ਹਾਂਜੀ, ਘਟਾ ਉਮੜ ਕਰ ਨਭ ਮੈਂ ਆਈ। ਕਹਿਣ ਲੱਗੇ ਘਟਾ ਉੱਡ ਕੇ ਅਸਮਾਨ ਵਿੱਚ ਅਚਾਨਕ ਹੀ ਆਈ ਜੀ। ਹਾਂਜੀ, ਕਬਹੋਂ ਸ਼ਾਮ ਸਿਤ ਕਬ ਥਿਤ ਤਾਈ। ਕਦੀ ਤੇ ਕਾਲੇ ਬੱਦਲ ਹੋ ਜਾਂਦੇ ਆ, ਕਦੀ ਥੋੜੇ ਸਫੇਦ ਪ੍ਰਗਟ ਹੋ ਜਾਂਦੇ ਆ। ਹਾਂਜੀ, ਨਿਰਮਲ ਜਲ ਕੋ ਸ਼ੋਰਨ ਕਰੈ। ਤੇ ਬਸ ਫਿਰ ਕੀ ਸੀਗਾ ਜੀ, ਮੀਂਹ ਪੈਣਾ ਸ਼ੁਰੂ ਹੋ ਗਿਆ ਜੀ। ਹਾਂਜੀ, ਗੁਰ ਕੋ ਰੁਖ ਲਖ ਸਰ ਕੋ ਭਰੈ। ਮਹਾਰਾਜ ਨੂੰ ਵੀ ਪਤਾ ਹੈ ਵੀ ਅਕਾਲ ਪੁਰਖ ਜੀ ਪਾ ਰਹੇ ਆ, ਮੀਂਹ ਦੇ ਜਲ ਨਾਲ ਸਰੋਵਰ ਜਿਹੜਾ ਹੈ ਉਹ ਭਰਨਾ ਸ਼ੁਰੂ ਹੋਇਆ ਜੀ। ਫਿਰ ਜੀ ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਬਾਹਰੋਂ ਲਿਆ ਕੇ ਨਹੀਂ ਪਾਣੀ ਪਾਉਣਾ ਪਿਆ ਜੀ, ਪਰਮੇਸ਼ਰ ਨੇ ਭਰਿਆ ਜੀ ਪਹਿਲਾਂ ਜੀ। ਹਾਂਜੀ, ਝੁਕ ਹੈ ਮੇਘ ਜਨ ਲਾਗੈ ਅਮਨੀ। ਕਹਿਣ ਲੱਗੇ ਇਸ ਤਰ੍ਹਾਂ ਬੱਦਲ ਝੁਕ ਗਿਆ ਵੀ ਮਾਨੋ ਧਰਤੀ ਤੇ ਹੀ ਆ ਗਿਆ ਹੋਵੇ ਜੀ ਸਾਰਾ ਜਲ ਜੀ। ਹਾਂਜੀ, ਕੋਖਤ ਮਧੁਰ ਮਧੁਰ ਰੁਤ ਰਵਨੀ। ਤੇ ਐ ਮਿੱਠੀ ਮਿੱਠੀ ਰੁੱਤ ਹੋ ਗਈ ਜੀ। ਐ ਸਰੋਵਰ ਹੌਲੀ ਹੌਲੀ ਭਰਨਾ ਸ਼ੁਰੂ ਹੋ ਗਿਆ ਜੀ। ਹਾਂਜੀ, ਸੁੰਦਰ ਜਲ ਸੋ ਪੂਰਨ ਕਰਿਓ। ਮੀਂਹ ਨੇ, ਮੀਂਹ ਕਿਹਦੇ ਵੱਸ ਹੈ ਜੀ, ਅਕਾਲ ਪੁਰਖ ਜੀ ਦੇ ਜੀ। ਹਾਂਜੀ, ਮੇਘਾਂ ਨੂੰ ਫਰਮਾਨ ਹੋਆ ਵਰਸੋ ਕਿਰਪਾ ਥਾਰ। ਮੀਂਹ ਰੱਬ ਦੇ ਵੱਸ ਹੈ। ਅਜੇ ਹਰ ਮੰਦਰ ਪੂਰਾ ਨਹੀਂ ਬਣਿਆ, ਕੁਰਸੀ ਬਣੀ ਹੈ। ਸਾਧ ਸੰਗਤ ਜੀ ਸਰੋਵਰ ਜਲ ਨਾਲ ਭਰ ਗਿਆ ਜੀ। ਹਾਂਜੀ, ਊਨਵ ਘਨ ਗਨ ਸ਼ੋਭਤ ਧਰਿਓ। ਤੇ ਇਹਦਾ ਇਥੋਂ ਕੋ ਅੰਦਾਜ਼ਾ ਹੁੰਦਾ ਹੈ ਵੀ ਸਾਉਣ ਦਾ ਮਹੀਨਾ ਹੋਏਗਾ ਜੀ। ਝੜੀ ਲੱਗ ਗਈ, ਕਹਿਣ ਲੱਗੇ ਮੀਂਹ ਰੁਕੇ ਹੀ ਨਾ, ਪਈ ਜਾਵੇ ਪਈ ਜਾਵੇ ਪਈ ਜਾਵੇ। ਅਸਲ 'ਚ ਪਰਮੇਸ਼ਰ ਜੀ ਸਰੋਵਰ ਭਰ ਰਹੇ ਨੇ ਨਾ ਜੀ। ਹਾਂਜੀ, ਸ਼੍ਰੀ ਸਤਿਗੁਰ ਪਰਮਾਰਥ ਰੂਪ। ਹਾਂਜੀ, ਕਰਿਓ ਬਿਲੋਕਨ ਤਾਲ ਅਨੂਪ। ਤੇ ਜਦੋਂ ਐਨ ਸਰੋਵਰ ਭਰ ਗਿਆ ਨਾ ਜੀ, ਥੋੜੇ ਸਮੇਂ ਬਾਅਦ ਮੀਂਹ ਬੰਦ ਹੋ ਗਿਆ ਜੀ। ਮੀਂਹ ਬੰਦ ਹੋ ਗਿਆ। ਹਾਂਜੀ, ਸੰਗਤ ਸੰਗ ਸਿੱਖ ਸਮੁਦਾਏ। ਸੰਗਤਾਂ ਗੁਰੂ ਦੇ ਸਿੱਖ ਸਾਰੇ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਹੋਰ ਪਿਆਰ ਵਾਲੇ ਸਿੱਖ ਸਾਰੇ ਹੇਰ ਹੇਰ ਕਰ ਸਭ ਹਰ ਖਾਏ। ਉਹ ਵੇਖ ਵੇਖ ਕੇ ਖੁਸ਼ ਹੋਣ ਵੀ ਵਾਹ, ਕਰਤੇ ਪੁਰਖ ਦੀਆਂ ਖੇਡਾਂ ਨਿਆਰੀਆਂ ਨੇ। ਕਿਵੇਂ ਬੱਦਲ ਪਾਏ ਜੀ, ਕਿਵੇਂ ਮੀਂਹ ਵਰਸਾ ਕੇ ਸਰੋਵਰ ਭਰ ਦਿੱਤਾ ਜੀ। ਹੁਣ ਸਰੋਵਰ ਤੇ ਬੜਾ ਵੱਡਾ ਬਣਾ ਲਿਆ, ਇੰਨਾ ਪਾਣੀ ਵੀ ਤਾਂ ਚਾਹੀਦਾ ਨਾ ਜੀ। ਗੱਜ ਕੇ ਆਖੋ ਵਾਹਿਗੁਰੂ। ਜਲ ਵੀ ਤਾਂ ਚਾਹੀਦਾ ਹੈ ਨਾ, ਉਹ ਫਿਰ ਪਰਮੇਸ਼ਰ ਨੇ ਭਰਿਆ ਜੀ। ਹਾਂਜੀ, ਅਤ ਸ਼ੋਭਾ ਚਾਰੋਂ ਦਿਸ਼ ਮਾਹੀ। ਹਾਂਜੀ, ਕਰਦਮ ਬਿਨ ਠਹਿਰਿਓ ਜਲ ਤਾਹੀ। ਸਾਰੇ ਸਿੱਖ ਕਹਿਣ ਵੀ ਚਿੱਕੜ ਨਹੀਂ ਹੈ, ਬਿਲਕੁਲ ਸਾਫ਼ ਜਲ ਆ ਗਿਆ ਹੈ ਉੱਤੇ, ਬਿਲਕੁਲ ਸਾਫ਼ ਜਲ, ਬੜਾ ਸੋਹਣਾ ਲੱਗ ਰਿਹਾ। ਹਾਂਜੀ, ਆਏ ਸੰਗਤਾਂ ਸੁਨ ਸੁਨ ਬ੍ਰਿੰਦ। ਸੰਗਤਾਂ ਸੁਣ ਸੁਣ ਕੇ ਬਹੁਤ ਸਾਰੀਆਂ ਆ ਗਈਆਂ ਵੀ ਜਿਸ ਸਰੋਵਰ ਦੀ ਖੁਦਵਾਈ ਗੁਰੂ ਅਰਜਨ ਸਾਹਿਬ ਨੇ ਕੀਤੀ, ਉਹ ਰੱਬ ਨੇ ਭਰ ਦਿੱਤਾ ਹੈ। ਰੱਬ ਨੇ ਭਰ ਦਿੱਤਾ ਮੀਂਹ ਦੇ ਜਲ ਨਾਲ। ਹਾਂਜੀ, ਮਸਜਿਦ ਨਿਤ ਪ੍ਰਤ ਲਹਿਦ ਆਨੰਦ। ਤੇ ਲਓ ਜੀ, ਫਿਰ ਸਭ ਤੋਂ ਪਹਿਲਾ ਇਸ਼ਨਾਨ ਗੁਰੂ ਅਰਜਨ ਸਾਹਿਬ ਜੀ ਨੇ ਆਪ ਕੀਤਾ ਜੀ। ਗੱਜ ਕੇ ਆਖੋ
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਕੀਤਾ, ਭਾਈ ਬਹਿਲੋ ਜੀ ਨੇ ਕੀਤਾ। ਭਾਈ ਬਹਿਲੋ ਸਭ ਤੋਂ ਪਹਿਲੋਂ, ਭਾਈ ਬਹਿਲੋ ਜੀ, ਭਾਈ ਸ਼ਾਲੋ ਜੀ, ਗੁਰੂ ਜੀ ਦੇ ਪਿਆਰ ਵਾਲੇ ਸਿੱਖ ਜਿਹੜੇ ਆ ਉਹਨਾਂ ਇਸ਼ਨਾਨ ਕੀਤਾ ਜੀ ਉੱਥੇ ਜੀ। ਫਿਰ ਕੀ ਸੀ, ਫਿਰ ਕੰਮ ਸ਼ੁਰੂ ਹੋ ਗਿਆ ਜੀ, ਸੰਗਤਾਂ ਇਸ਼ਨਾਨ ਕਰਨ ਲੱਗ ਪਈਆਂ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਹਾਂਜੀ, ਜਨਮ ਜਨਮ ਕੇ ਸੰਚਿਤ ਪਾਪੂ। ਕਹਿੰਦੇ ਜਨਮਾਂ ਜਨਮਾਂ ਦੇ ਜਿਹੜੇ ਪਾਪ ਇਕੱਠੇ ਹੋਏ ਪਏ ਨੇ ਨਾ, ਹਾਂਜੀ, ਸਰ ਇਸ਼ਨਾਨ ਤੇ ਕੀਨਸ ਖਾਪੂ। ਸੰਗਤਾਂ ਨੇ ਸਰੋਵਰ ਚ ਇਸ਼ਨਾਨ ਕੀਤਾ ਤੇ ਸਭ ਪਾਪ ਦੂਰ ਹੋਏ ਜੀ ਉਹਨਾਂ ਦੇ ਜੀ, ਸਭ ਉਤਰੇ। ਹਾਂਜੀ, ਕਰੈ ਪਰਕਰਮਾ ਫਿਰ ਚਹੁ ਫੇਰੇ। ਫਿਰ ਸਰੋਵਰ ਦੀਆਂ ਪਰਕਰਮਾ ਕਰਨ ਲੱਗ ਪਏ ਜੀ। ਹਾਂਜੀ, ਸ਼ਬਦ ਪਠੈ ਫਲ ਪਾਏ ਕਨੇਰੇ। ਤੇ ਪਰਕਰਮਾ ਕਰਦਿਆਂ ਕਰਦਿਆਂ ਬਾਣੀ ਦੇ ਸ਼ਬਦ ਪੜ੍ਹਦੇ ਆ ਜੀ। ਅਜੇ ਹਰਿਮੰਦਰ ਸਾਹਿਬ ਦੀ ਕੁਰਸੀ ਤਿਆਰ ਹੋਈ, ਦਰਬਾਰ ਬਣਨਾ ਜੀ ਵਿੱਚ ਜੀ। ਹਾਂਜੀ, ਕਰੈ ਕਾਮਨਾ ਤਤ ਛਿਨ ਪਾਵੈ। ਹਾਂਜੀ, ਕਰਤ ਸ਼ਲਾਘਾ ਧਾਮਨ ਜਾਵੈ। ਤੇ ਜੋ ਕੋਈ ਕਾਮਨਾ ਕਰਦਾ ਉਹਨੂੰ ਉਹ ਪ੍ਰਾਪਤ ਹੁੰਦਾ ਹੈ। ਗੁਰੂ ਅਰਜਨ ਸਾਹਿਬ ਜੀ ਦੀਆਂ ਸਿਫਤਾਂ ਕਰਦੇ ਹੋਏ ਸਾਰੇ ਘਰ ਜਾ ਰਹੇ ਹੈ ਜੀ। ਵੇਖੋ ਕਿਵੇਂ ਰੱਬ ਪਰਮੇਸ਼ਰ ਆਪੇ ਹੀ ਸਾਰਾ ਕੁਝ ਕਰ ਰਿਹਾ ਹੈ ਜੀ। ਇਸੇ ਕਰਕੇ ਕਹਿੰਦੇ ਨਾ ਦਰਬਾਰ ਸਾਹਿਬ ਨੂੰ ਮਹਾਰਾਜ ਕਹਿੰਦੇ ਤੈਨੂੰ ਰੱਬ ਨੇ ਬੰਨਿਆ, ਤੂੰ ਤਾਂ ਸੋਹਣਾ ਹੈਗਾ ਜੀ। ਤੇ ਗੁਰੂ ਅਰਜਨ ਸਾਹਿਬ ਜੀ ਦੇ ਬਾਰੇ ਨਾ ਸੰਗਤਾਂ ਤਾਰੀਫਾਂ ਕਰਦੀਆਂ ਜਾ ਰਹੀਆਂ ਵੀ ਗੁਰੂ ਅਰਜਨ ਸਾਹਿਬ ਤੇ ਖੁਦ ਰੱਬ ਹੀ ਨੇ। ਕੈਸੇ ਕਿਸ ਤਰ੍ਹਾਂ ਕੰਮ ਹੋ ਰਹੇ ਨੇ ਸਾਰੇ ਜੀ। ਮਹਾਰਾਜ ਤੇ ਖੁਦ ਪ੍ਰਮਾਤਮਾ ਨੇ, ਖੁਦ ਪਰਮੇਸ਼ਰ ਨੇ। ਤੇ ਮਹਾਰਾਜ ਕਿਤੇ ਆਉਣ ਜਾਣ ਦੇ ਪ੍ਰੋਗਰਾਮ ਸਾਰੇ ਕੈਂਸਲ ਕੀਤੇ ਪਏ ਐ, ਉੱਥੇ ਹੀ ਰਹਿੰਦੇ ਨੇ ਸੱਚੇ ਪਾਤਸ਼ਾਹ। ਤੇ ਸੰਗਤਾਂ ਨਾਲੇ ਤੇ ਪਰਕਰਮਾ ਕਰ ਰਹੀਆਂ ਜੀ, ਨਾਲੇ ਗੁਰੂ ਜੀ ਦੇ ਸ਼ਬਦ ਪੜ੍ਹ ਰਹੀਆਂ ਨੇ ਜੀ। ਸੋ ਭਾਗਾਂ ਵਾਲੇ ਆ ਅਸੀਂ ਵੀ ਹਰਿਮੰਦਰ ਸਾਹਿਬ ਦੀਆਂ ਪਰਕਰਮਾਵਾਂ ਕਰਦੇ ਹਾਂ। ਫਰਕ ਇੰਨਾ ਕੁ ਹੈ, ਅਸੀਂ ਪਰਕਰਮਾ ਕਰਦੇ ਗੱਲਾਂ ਕਰਦੇ ਹਾਂ ਜੀ। ਫਰਕ ਇਹ ਹੈਗਾ ਜੀ ਸਾਡਾ ਜੀ। ਉਹ ਬਾਣੀ ਪੜ੍ਹਦੇ ਆ, ਪਰਕਰਮਾ ਕਰਦੇ ਜੀ। ਤੇ ਚਲੋ ਜੇ ਬਾਣੀ ਪੜ੍ਹਨੀ ਨਹੀਂ ਆਉਂਦੀ, ਬਾਣੀ ਅੱਠੇ ਪੈਰ ਉੱਥੇ ਚੱਲ ਰਹੀ ਹੈ, ਉਹ ਸੁਣੀ ਚੱਲੋ। ਤੇ ਜੇ ਉਹ ਵੀ ਨਹੀਂ ਸੁਣਨੀ ਤੇ ਵਾਹਿਗੁਰੂ ਵਾਹਿਗੁਰੂ ਤੇ ਸਾਰਿਆਂ ਨੂੰ ਹੀ ਕਹਿਣਾ ਹੁੰਦਾ ਹੈ ਜੀ। ਇਹ ਤੇ ਹਰ ਕੋਈ ਕਹਿ ਸਕਦਾ ਜੀ। ਸੋ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਆਓ ਆਪਾਂ ਵੀ ਸਤਿਗੁਰੂ ਜੀ ਦੀ ਸਿਫਤ ਵਡਿਆਈ ਵਿੱਚ ਪੰਕਤੀ ਪੜ੍ਹੀਏ, ਫਿਰ ਖਿਮਾ ਮੰਗੀਏ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੈ, ਜੋ ਅੰਮ੍ਰਿਤ ਬਚਨ ਸੁਣਾਵੈ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੈ, ਜੋ ਅੰਮ੍ਰਿਤ ਬਚਨ ਗੱਜ ਕੇ ਆਖੋ ਤਾਰੇ ਸਾਰੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, 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 ਜੋ ਅੰਮ੍ਰਿਤ ਬਚਨ ਸੁਣਾਵੈ, ਜੋ ਅੰਮ੍ਰਿਤ ਬਚਨ
ਬਚਨ ਸੁਣਾਵੇ ਗੱਜ ਕੇ ਜੋ ਅੰਮ੍ਰਿਤ ਬਚਨ ਸੁਣਾਵੇ ਜੋ ਅੰਮ੍ਰਿਤ ਬਚਨ ਸੁਣਾਵੇ ਸਤਿਗੁਰ ਦੇਵ ਪ੍ਰਤੱਖ ਹਰ ਮੂਰਤ ਸਤਿਗੁਰ ਦੇਵ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ ਜੋ ਅੰਮ੍ਰਿਤ ਬਚਨ ਸੁਣਾਵੇ ਸਤਿਗੁਰ ਦੇਵ ਪ੍ਰਤੱਖ ਹਰ ਮੂਰਤ ਸਤਿਗੁਰ ਦੇਵ ਸਤਿਗੁਰ ਦੇਵ ਪ੍ਰਤੱਖ ਹਰ ਮੂਰਤ ਸੁਣਾਵੇ ਜੋ ਅੰਮ੍ਰਿਤ ਬਚਨ ਸੁਣਾਵੇ ਜੋ ਅੰਮ੍ਰਿਤ ਬਚਨ ਸੁਣਾਵੇ ਜੋ ਅੰਮ੍ਰਿਤ ਬਚਨ ਸਤਿਗੁਰ ਦੇਵ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਣੀ ਚਿਤ ਲਾਵੇ ਸੱਚੇ ਪਾਤਸ਼ਾਹ ਆਪ ਰੱਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਇਸ ਤਰੀਕੇ ਨਾਲ ਹਰਮੰਦਰ ਸਾਹਿਬ ਤਿਆਰ ਕਰਵਾ ਰਹੇ ਨੇ। ਇਹਦੇ ਤੋਂ ਅੱਗੇ ਕਥਾ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਿਓ ਜੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ